ਬਖਸ਼ਿਸ਼ ਕਰਦੇ ਹਨ। ਕਿ 3 ਪ੍ਰਕਾਰ ਦੀਆਂ ਬੀਬੀਆਂ ਹੁੰਦੀਆਂ ਨੇ, ਕੁਚੱਜੀ, ਸੁਚੱਜੀ ਅਤੇ ਗੁਣਵੰਤੀ। ਉਹ ਇਸਤਰੀ ਕੁਚੱਜੀ ਹੈ ਜਿਸ ਨੂੰ ਆਪਣੇ ਪਤੀ ਨੂੰ ਖੁਸ਼ ਕਰਨ ਦਾ ਤਰੀਕਾ ਨਹੀਂ ਅਤੇ ਨਾ ਹੀ ਉਸ ਦੀਆਂ ਖੁਸ਼ੀਆਂ ਲੈਣ ਦਾ ਢੰਗ ਹੈ, ਜਿਸ ਵਿੱਚ ਬੇਅੰਤ ਦੋਸ਼ ਹਨ। ਪਤੀ ਦੀ ਆਗਿਆ ਨਹੀਂ ਮੰਨਦੀ, ਪਤੀ ਦੀ ਸੇਵਾ ਨਹੀਂ ਕਰਦੀ, ਫਿਰ ਸਹੁਰੇ ਪਰਿਵਾਰ ਦੇ ਨਾਲ ਅਣਬਣ ਹੈ, ਸੱਸ ਸਹੁਰੇ ਦੇ ਨਾਲ ਵੀ ਕੋਈ ਉਹਦੀ ਨਹੀਂ ਨਿਭਦੀ। ਉਹ ਇਸਤਰੀ, ਉਹ ਬੀਬੀ ਕੁਚੱਜੀ ਹੈ। ਉਸ ਤੋਂ ਇਲਾਵਾ ਦੁਨਿਆਵੀ ਗੁਣਾਂ ਵਾਲੀ ਉਹ ਬੀਬੀ ਸੁਚੱਜੀ ਹੈ ਜਿਸ ਕੋਲ ਆਪਣੇ ਪਤੀ ਨੂੰ ਪ੍ਰਸੰਨ ਕਰਨ ਦੇ ਕੁਝ ਗੁਣ ਤਾਂ ਹਨ, ਪਰ ਉਹਦੇ ਅੰਦਰ ਵੀ ਸੂਖਮ ਹਉਮੈ ਹੈ। ਉਸ ਦੇ ਮਨ ਅੰਦਰੋਂ ਵੀ ਹਉਮੈ ਹੰਕਾਰ ਦੀ ਮੈਲ ਨਹੀਂ ਮਿਟੀ। ਸੂਖਮ ਹੰਕਾਰ ਹੋਣ ਕਰਕੇ ਉਹ ਜੀਵ ਇਸਤਰੀ ਵੀ ਆਪਣੀ ਸੱਸ ਸਹੁਰੇ ਦਾ ਆਦਰ ਸਨਮਾਨ ਨਹੀਂ ਕਰਦੀ। ਉਸ ਤੋਂ ਬਾਅਦ ਵਿੱਚ ਗੁਣਵੰਤੀ, ਜਿਹੜੀ ਗੁਣਾਂ ਨਾਲ ਭਰਪੂਰ ਹੈ। ਅੱਜ ਦੇ ਸ਼ਬਦ ਵਿੱਚ ਮਹਾਰਾਜ ਨੇ ਗੁਣਵੰਤੀ ਇਸਤਰੀ ਦੇ ਲੱਛਣ ਅਤੇ ਗੁਣਵੰਤੀ ਦੀ ਮਹਿਮਾ ਦੱਸੀ ਹੈ। ਗੁਣਵੰਤੀ ਉਹ ਹੈ ਜਿਹੜੀ ਆਪਣੀ ਸੱਸ ਸਹੁਰੇ ਨੂੰ ਪ੍ਰਣਾਮ ਕਰੇ, ਪਤੀ ਦੇ ਚਰਨਾਂ ਤੇ ਆਪਣਾ ਸੀਸ ਰੱਖੇ, ਹਰ ਵਕਤ ਉਹਦੀ ਸੇਵਾ ਦੇ ਵਿੱਚ ਤਤਪਰ ਰਹੇ, ਆਗਿਆਕਾਰ ਬਣ ਕੇ ਰਹੇ। ਪੇਕੇ ਤੇ ਸਹੁਰੇ ਘਰ ਵਿੱਚ ਉਹੀ ਇਸਤਰੀ ਸੋਭਾ ਖੱਟਦੀ ਹੈ। ਪਤੀ ਵੀ ਉਹਦੇ ਉੱਪਰ ਮਾਣ ਕਰਦਾ ਹੈ। ਫਿਰ ਜਿਨ੍ਹਾਂ ਨਾਉ ਸੁਹਾਗਣੀ ਤਿੰਨਾਂ ਝਾਕ ਨਾ ਹੋਰ। ਆਪਣੇ ਪਤੀ ਤੋਂ ਇਲਾਵਾ ਕਿਸੇ ਪਰ ਪੁਰਸ਼ ਵੱਲ ਮੈਲੀ ਨਿਗਾਹ ਨਾਲ ਨਹੀਂ ਵੇਖਦੀ। ਬਿਰਤੀ ਇੰਨੀ ਨਿਰਮਲ ਹੋ ਗਈ ਹੈ ਕਿ ਮਨ ਅੰਦਰ ਕੋਈ ਵਿਕਾਰ ਪੈਦਾ ਹੀ ਨਹੀਂ ਹੁੰਦੇ। ਮਨ ਵਿੱਚ ਇੰਨੀ ਨਿਰਮਲਤਾ ਆ ਗਈ ਕਿ ਆਪਣੀ ਪਤੀ ਤੋਂ ਬਗੈਰ ਕਿਸੇ ਦੂਸਰੇ ਨੂੰ ਪੁਰਸ਼ ਹੀ ਨਹੀਂ ਮੰਨਦੀ, ਬਾਕੀ ਸਾਰੇ ਜੀਵਾਂ ਨੂੰ ਇਸਤਰੀਆਂ ਮੰਨਦੀ ਹੈ। ਇਹ ਗੁਣਵੰਤੀ ਦੇ ਲੱਛਣ ਨੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਣਵੰਤੀ ਦੀ ਉਪਮਾ ਕਰਦੇ ਹੋਏ ਜੀਵ ਇਸਤਰੀ ਨੂੰ ਉਪਦੇਸ਼ ਕਰਦੇ ਹਨ ਕਿ ਹੇ ਜੀਵ, ਜੇਕਰ ਪ੍ਰਭੂ ਪਤੀ ਦੀ ਪ੍ਰਾਪਤੀ ਕਰਨੀ ਹੈ ਅਤੇ ਉਸ ਨੂੰ ਰਿਝਾਉਣਾ ਹੈ, ਫਿਰ ਇੱਕ ਗੁਣਵੰਤੀ ਇਸਤਰੀ ਵਾਲੇ ਲੱਛਣ, ਗੁਣਵੰਤੀ ਇਸਤਰੀ ਵਾਲੇ ਗੁਣ ਆਪਣੇ ਜੀਵਨ ਅੰਦਰ ਧਾਰਨ ਕਰ। ਆਓ ਹਜੂਰ ਦੇ ਪਾਵਨ ਉਪਦੇਸ਼ ਨੂੰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਗੁਣਵੰਤੀ ਗੁਣ ਵਿਥਰੈ, ਅਵਗੁਣਵੰਤੀ ਝੂਰ। ਸ੍ਰੀ ਰਾਗ ਅੰਦਰ ਜਗਤ ਗੁਰੂ ਨਿਰੰਕਾਰੀ ਜੋਤ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਸ਼ਬਦ ਦੀ ਬਖਸ਼ਿਸ਼ ਕਰਦੇ ਹਨ। ਗੁਣਵੰਤੀ ਗੁਣ ਵਿਥਰੈ। ਗੁਣਵੰਤੀ ਔਰਤ ਆਪਣੇ ਪਤੀ ਦੇ ਗੁਣਾਂ ਦਾ ਵਿਸਥਾਰ ਕਰਦੀ ਹੈ, ਭਾਵ ਆਪਣੀਆਂ ਸਖੀਆਂ ਸਹੇਲੀਆਂ ਵਿੱਚ ਬੈਠ ਕੇ ਪਤੀ ਦੇ ਗੁਣ ਗਾਉਂਦੀ ਨਹੀਂ ਥੱਕਦੀ। ਭਗਤ ਫਰੀਦ ਸਾਹਿਬ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਕਿ ਦੋ ਸਹੇਲੀਆਂ ਆਪਸ ਵਿੱਚ ਬੈਠੀਆਂ ਗੱਲਾਂ ਕਰਦੀਆਂ ਨੇ। ਇੱਕ ਨਵੀਂ ਵਿਆਹੀ ਹੈ ਤੇ ਇੱਕ ਬਾਲ ਬੱਚੇ ਵਾਲੀ ਹੈ, ਆਪਣੇ ਘਰ ਪਰਿਵਾਰ ਵਾਲੀ ਹੈ। ਜਿਹੜੀ ਨਵ ਵਿਆਹੀ ਔਰਤ ਹੈ ਉਹ ਆਪਣੀ ਸਹੇਲੀ ਨੂੰ ਪੁੱਛਦੀ ਹੈ, ਭੈਣੇ ਤੂੰ ਸਹੁਰੇ ਪਰਿਵਾਰ ਵਿੱਚ ਰਹਿਣਾ ਸਿੱਖ ਲਿਆ ਹੈ, ਬੜੇ ਚਿਰ ਤੋਂ ਤੂੰ ਆਪਣੇ ਪਤੀ ਦੇ ਨਾਲ ਹੈ,
ਮੈਂ ਅਜੇ ਨਵ ਵਿਆਹੀ ਹਾਂ, ਮੈਨੂੰ ਢੰਗ ਨਹੀਂ ਕਿ ਪਤੀ ਨੂੰ ਕਿਵੇਂ ਖੁਸ਼ ਕੀਤਾ ਜਾਂਦਾ ਹੈ, ਪਤੀ ਨੂੰ ਕਿਵੇਂ ਪ੍ਰਸੰਨ ਰੱਖਿਆ ਜਾ ਸਕਦਾ। ਮੇਰੇ ਤੇ ਇੱਕ ਮਿਹਰਬਾਨੀ ਕਰਕੇ ਜਿਨ੍ਹਾਂ ਗੁਣਾਂ ਨਾਲ ਤੂੰ ਪਤੀ ਨੂੰ ਖੁਸ਼ ਕੀਤਾ ਹੈ, ਮੈਨੂੰ ਵੀ ਉਹ ਗੁਣ ਦੱਸ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੇ ਕੰਤ। ਅੱਖਰ ਭਾਵ ਬੋਲ। ਕਿਹੜੇ ਬੋਲ ਬੋਲਣੇ ਚਾਹੀਦੇ ਨੇ ਜਿਨ੍ਹਾਂ ਨਾਲ ਪਤੀ ਨੂੰ ਖੁਸ਼ ਕੀਤਾ ਜਾ ਸਕੇ। ਜਿਹੜੇ ਬਚਨ ਬੋਲਣ ਦੇ ਨਾਲ ਮੇਰਾ ਪਤੀ ਮੇਰੇ ਵੱਸ ਵਿੱਚ ਹੋ ਜਾਵੇ। ਵੈਸੇ ਕੁਝ ਭੁਲੱਕੜ ਤੇ ਮੂਰਖ ਔਰਤਾਂ ਆਪਣੇ ਪਤੀ ਨੂੰ ਵੱਸ ਵਿੱਚ ਕਰਨ ਵਾਸਤੇ ਜਾਦੂ ਟੂਣੇ ਕਰਦੀਆਂ ਨੇ। ਜੋਤਸ਼ੀਆਂ ਤਾਂਤਰਿਕਾਂ ਦੇ ਕੋਲ ਜਾ ਕੇ ਧਾਗੇ ਤਵੀਤ ਕਰਾਉਂਦੀਆਂ ਨੇ ਕਿ ਮੇਰਾ ਪਤੀ ਮੇਰੇ ਵੱਸ ਵਿੱਚ ਰਹੇ। ਕਹਿੰਦੇ ਨੇ ਕਿਸੇ ਬੀਬੀ ਦੀ ਆਪਣੀ ਸੱਸ ਦੇ ਨਾਲ ਬੜੀ ਲੜਾਈ ਹੁੰਦੀ ਸੀ। ਦੋਵਾਂ ਨੇ ਇੱਕ ਦੂਜੀ ਨੂੰ ਸਵੇਰੇ ਉੱਠਦਿਆਂ ਸਾਰ ਹੀ ਤਾਨੇ ਮਾਰਨੇ ਸ਼ੁਰੂ ਕਰ ਦੇਣੇ। ਇੱਕ ਦੂਜੀ ਦੇ ਪੇਕਿਆਂ ਨੂੰ, ਇੱਕ ਦੂਸਰੀ ਦੇ ਮਾਂ ਪਿਓ ਨੂੰ ਬੜੇ ਤਾਨੇ ਮਾਰਨੇ। ਜਿਹੜੇ ਮਾਂ ਪਿਓ ਲੜਾਈ ਦੇ ਵਿੱਚ ਸ਼ਾਮਲ ਵੀ ਨਹੀਂ ਹੁੰਦੇ ਸੀ, ਉਹਨਾਂ ਵਿਚਾਰਿਆਂ ਨੂੰ ਵੀ ਇਹਨਾਂ ਦੋਵਾਂ ਦੀ ਲੜਾਈ ਦਾ ਖਮਿਆਜਾ ਭੁਗਤਣਾ ਪੈ ਜਾਂਦਾ ਸੀ। ਨੂੰ ਬੜੀ ਪਰੇਸ਼ਾਨ ਹੋਈ ਕਿ ਕਈ ਵਾਰ ਮੇਰਾ ਪਤੀ ਵੀ ਸੱਸ ਦੀ ਸਾਈਡ ਲੈ ਲੈਂਦਾ ਹੈ, ਉਹਦੇ ਪੱਖ ਵਿੱਚ ਖਲੋ ਜਾਂਦਾ ਹੈ ਤੇ ਮੈਂ ਬੜੀ ਪਰੇਸ਼ਾਨ ਹਾਂ। ਉਹ ਕਿਸੇ ਸਿਆਣੇ ਦੇ ਕੋਲ ਚਲੀ ਗਈ ਕਿ ਕੋਈ ਧਾਗਾ ਤਵੀਤ ਕਰਕੇ ਸ਼ਾਇਦ ਫਿਰ ਇਹਦੇ ਤੋਂ ਮੇਰਾ ਕੋਈ ਛੁਟਕਾਰਾ ਹੋ ਜਾਏ। ਪਰ ਜਿਸ ਸਿਆਣੇ ਦੇ ਕੋਲ ਗਈ, ਉਹ ਸਿਆਣਾ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਨਹੀਂ ਸੀ, ਉਹ ਸੱਚਮੁੱਚ ਹੀ ਬੜਾ ਸੂਝਵਾਨ ਸੀ। ਉਹਨੇ ਆਪਣੇ ਕੋਲੋਂ ਇੱਕ ਤਵੀਤ ਦੇ ਦਿੱਤਾ ਤੇ ਨਾਲ ਕਹਿ ਦਿੱਤਾ, ਬੀਬੀ ਜਦੋਂ ਤੇਰੀ ਸੱਸ ਤੈਨੂੰ ਕੁਝ ਵੀ ਆਖੇ, ਉਦੋਂ ਤੂੰ ਇਸ ਤਵੀਤ ਨੂੰ ਆਪਣੇ ਮੂੰਹ ਵਿੱਚ ਰੱਖ ਲੈਣਾ ਤੇ ਦੰਦਾਂ ਥੱਲੇ ਘੁੱਟ ਕੇ ਪੀਚ ਲੈਣਾ ਹੈ। ਇਹ ਗੱਲ ਸੁਣ ਕੇ ਸਿਆਣੇ ਤੋਂ ਤਵੀਤ ਕਰਵਾ ਕੇ ਘਰ ਵਿੱਚ ਉਹ ਵਾਪਸ ਆ ਗਈ। ਜਦੋਂ ਸ਼ਾਮਾਂ ਨੂੰ ਉਹਦੀ ਸੱਸ ਉਹਦੇ ਨਾਲ ਲੜੀ ਤੇ ਉਹਨੇ ਮੂੰਹ ਵਿੱਚ ਉਹੀ ਤਵੀਤ ਰੱਖ ਕੇ ਆਪਣਾ ਮੂੰਹ ਘੁੱਟ ਕੇ ਬੰਦ ਕਰ ਲਿਆ। ਸੱਸ ਬੋਲੀ 2-4 ਵਾਰ, ਬੁਰਾ ਭਲਾ ਬੋਲੀ ਤੇ ਬਾਅਦ ਵਿੱਚ ਚੁੱਪ ਹੋ ਗਈ। ਦੂਸਰੇ ਦਿਨ ਫਿਰ ਸੱਸ ਨੇ ਕੁਝ ਗਾਲਾਂ ਕੱਢੀਆਂ, ਤਾਨੇ ਮਿਹਣੇ ਮਾਰੇ, ਪਰ ਇਹਨੇ ਮੂੰਹ ਵਿੱਚ ਤਵੀਤ ਰੱਖ ਕੇ ਫਿਰ ਉਸੇ ਤਰ੍ਹਾਂ ਮੂੰਹ ਬੰਦ ਕਰ ਲਿਆ। 2 ਦਿਨ 4 ਦਿਨ 10 ਦਿਨ 15 ਦਿਨ ਲੰਘੇ। ਇੱਕ ਦਿਨ ਸੱਸ ਨੇ ਸੋਚਿਆ ਕਿ ਮੈਂ ਇਸ ਨੂੰ ਬੜਾ ਕੁਝ ਬੋਲਦੀ ਹਾਂ, ਪਰ ਕਈ ਦਿਨਾਂ ਤੋਂ ਮੈਂ ਵੇਖ ਰਹੀ ਹਾਂ ਇਹ ਅੱਗੇ ਕੋਈ ਜਵਾਬ ਨਹੀਂ ਦਿੰਦੀ। ਪਹਿਲਾਂ ਤੇ ਮੈਂ ਇੱਕ ਗੱਲ ਕਰਦੀ ਸਾਂ, ਮੈਨੂੰ ਇੱਕ ਦੇ ਬਦਲੇ 4-4 ਸੁਣਾਉਂਦੀ ਸੀ। ਜੇ ਕਿਤੇ ਇੰਨਾ ਕਹਿ ਦੇਣਾ ਕਿ ਅੱਜ ਦਾਲ ਦੇ ਵਿੱਚ ਲੂਣ ਘੱਟ ਹੈ ਤੇ ਮੈਨੂੰ ਚਾਰੇ ਚੌਕੇ ਪੈ ਜਾਂਦੀ ਸੀ। ਪਰ ਕਈ ਦਿਨਾਂ ਤੋਂ ਮੈਂ ਨੋਟ ਕਰਦੀ ਹਾਂ ਹੁਣ ਮੇਰੇ ਅੱਗੇ ਨਹੀਂ ਬੋਲਦੀ ਤੇ ਸਹਿਜੇ ਸਹਿਜੇ ਸੱਸ ਵੀ ਬੋਲਣੋਂ ਹਟ ਗਈ। ਭਾਵ ਉਸ ਸਿਆਣੇ ਨੇ ਬੜੀ ਤਰਕੀਬ ਦੇ ਨਾਲ ਇਹਨਾਂ ਦੇ ਜੀਵਨ ਨੂੰ ਸੁਖਾਲਾ ਬਣਾ ਦਿੱਤਾ ਕਿ ਜਦੋਂ ਇੱਕ ਧਿਰ ਚੁੱਪ ਹੋ ਜਾਵੇਗੀ, ਦੂਸਰੀ ਧਿਰ ਵੀ ਆਪਣੇ ਆਪ ਸਹਿਜੇ ਸਹਿਜੇ ਚੁੱਪ ਹੋ ਜਾਏਗੀ। ਹੁਣ ਤਵੀਤ ਦੇ ਵਿੱਚ ਉਹਨੇ ਪਾਇਆ ਤੇ ਕੱਖ ਨਹੀਂ ਸੀ, ਪਰ ਉਹਨੂੰ ਪਤਾ ਸੀ ਇਹ ਬੀਬੀ ਤਵੀਤ ਤੋਂ ਬਗੈਰ ਮੰਨਣ ਵਾਲੀ ਨਹੀਂ। ਜੇ ਇਹਨੂੰ ਵੈਸੇ ਸਮਝਾਇਆ ਕਿ ਆਪਣਾ ਮੂੰਹ ਬੰਦ ਰੱਖਿਆ ਕਰ ਤੇ ਇਹਨੇ ਮੰਨਣਾ ਨਹੀਂ। ਉਹਨੇ ਢੰਗ ਨਾਲ ਸਮਝਾ ਦਿੱਤਾ ਕਿ ਮੂੰਹ ਵਿੱਚ ਤਵੀਤ ਰੱਖ ਕੇ ਦੰਦਾਂ ਨੂੰ ਪੀਚ ਲਿਆ ਕਰ, ਘੁੱਟ ਲਿਆ ਕਰ ਮੂੰਹ, ਆਪੇ ਤੇਰੀ ਸੱਸ ਇੱਕ ਦਿਨ ਚੁੱਪ ਹੋ ਜਾਵੇਗੀ। ਭਗਤ ਫਰੀਦ ਸਾਹਿਬ ਕਹਿੰਦੇ, ਇੱਕ ਨਵ ਵਿਆਹੀ ਔਰਤ ਨੇ ਆਪਣੀ ਸਹੇਲੀ ਨੂੰ ਪੁੱਛਿਆ, ਤੂੰ ਆਪਣੇ ਸਹੁਰੇ ਪਰਿਵਾਰ ਵਿੱਚ ਰਹਿੰਦੀ ਹੈ, ਤੈਨੂੰ ਕਾਫੀ ਚਿਰ ਹੋ ਗਿਆ, ਮੇਰੇ ਤੇ ਮਿਹਰਬਾਨੀ ਕਰ, ਮੈਨੂੰ ਵੀ ਉਹ ਗੁਣ ਦੱਸ ਜਿਨ੍ਹਾਂ ਗੁਣਾਂ ਨਾਲ ਤੂੰ ਆਪਣੇ ਸਹੁਰੇ ਘਰ ਵਿੱਚ ਸੋਭਾ ਖੱਟਦੀ ਹੈ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ,
ਕਮਣ ਸੋ ਵੇਸੋ ਹਉ ਕਰੀ ਜਿਤ ਵਸ ਆਵੇ ਕੰਤ। ਔਰ ਉਸ ਸਿਆਣੀ ਸੂਝਵਾਨ ਸਹੇਲੀ ਨੇ ਜਵਾਬ ਦਿੱਤਾ ਕਿ ਹੇ ਭੈਣੇ, ਜੇ ਆਪਣੇ ਪਤੀ ਨੂੰ ਵਸ ਵਿੱਚ ਕਰਨਾ ਹੈ ਫਿਰ ਕਿਸੇ ਜਾਦੂ ਟੂਣੇ ਕਰਨ ਵਾਲੇ ਤਾਂਤਰਿਕ ਦੇ ਕੋਲ ਨਾ ਜਾਵੀਂ। ਮੈਂ ਤੈਨੂੰ ਇੱਕ ਮੰਤਰ ਦੱਸਦੀ ਹਾਂ, ਨਿਵਣ ਸੋ ਅੱਖਰ ਖਮਣ ਗੁਣ ਜਿਹਬਾ ਮਣੀਆਂ ਮੰਤ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਨਿਵਣ ਸੋ ਅੱਖਰ, ਸਭ ਤੋਂ ਪਹਿਲੀ ਇਹ ਗੱਲ ਆਪਣੇ ਪੱਲੇ ਬੰਨ੍ਹ ਲੈ ਕਿ ਹਮੇਸ਼ਾ ਆਪਣੇ ਪਤੀ ਦੇ ਅੱਗੇ ਨਿਮਰਤਾ ਵਿੱਚ ਰਹਿਣਾ ਹੈ। ਸਹੁਰੇ ਘਰ ਦੇ ਵਿੱਚ ਨਿਮਰਤਾ ਵਿੱਚ ਰਹਿਣਾ ਹੈ, ਕਿਉਂਕਿ ਜੇ ਇੱਥੇ ਆ ਕੇ ਆਕੜ ਕਰੇਂਗੀ ਤੇ ਪੇਕੇ ਘਰ ਵਿੱਚ ਤਾਂ ਤੇਰੀ ਆਕੜ ਝੱਲੀ ਜਾ ਸਕਦੀ ਸੀ। ਪੇਕੇ ਘਰ ਵਿੱਚ ਤਾਂ ਤੈਨੂੰ ਲਾਡ ਲਡਾਏ ਗਏ, ਪਰ ਸਹੁਰੇ ਘਰ ਦੇ ਵਿੱਚ ਤੇਰੀ ਸੋਭਾ ਹੋਵੇਗੀ ਗੁਣਾਂ ਨਾਲ। ਭਾਈ ਗੁਰਦਾਸ ਜੀ ਦਾ ਬਚਨ ਹੈ, ਨਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀਐ। ਪੇਕੇ ਘਰ ਵਿੱਚ ਤਾਂ ਬੀਬੀ ਨੂੰ, ਬੱਚੀ ਨੂੰ ਬੜੇ ਲਾਡਾਂ ਨਾਲ ਪਾਲਿਆ ਜਾਂਦਾ ਹੈ ਤੇ ਉੱਥੇ ਵੇਖਿਆ ਵੀ ਲਾਡ ਦੀ ਨਿਗਾਹ ਨਾਲ ਜਾਂਦਾ ਹੈ, ਪਰ ਵਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀਐ। ਸਹੁਰੇ ਘਰ ਵਿੱਚ ਉਹਦੀ ਸੋਭਾ ਗੁਣਾਂ ਨਾਲ ਹੋਵੇਗੀ। ਦੇਖ ਭੈਣੇ, ਪਹਿਲੀ ਗੱਲ ਕਿ ਨਿਮਰਤਾ ਵਿੱਚ ਰਹਿਣਾ ਸਿੱਖ। ਦੂਸਰਾ ਗੁਣ ਕਿ ਸਹਿਣਸ਼ੀਲਤਾ ਧਾਰਨ ਕਰ। ਜੇ ਕਿਤੇ ਕੰਮਕਾਰ ਤੋਂ ਥੱਕਿਆ ਟੁੱਟਿਆ ਤੇਰਾ ਪਤੀ ਬਾਹਰੋਂ ਘਰ ਵਿੱਚ ਆਵੇ ਤੇ ਬੋਲ ਕਬੋਲ ਬੋਲ ਦੇਵੇ ਤੇ ਉਹਨਾਂ ਬੋਲਾਂ ਨੂੰ ਜਰਨਾ ਸਿੱਖ। ਆਪਣੀ ਜਰਨ ਸ਼ਕਤੀ ਨੂੰ ਵਧਾ ਤੇ ਜਿਹਬਾ ਮਣੀਆਂ ਮੰਤ। ਜਦੋਂ ਵੀ ਕਿਸੇ ਨਾਲ ਬੋਲਣਾ ਹੈ ਜੀ ਤੋਂ ਬਗੈਰ ਨਹੀਂ ਬੋਲਣਾ, ਹਰ ਇੱਕ ਦਾ ਸਨਮਾਨ ਕਰਨਾ ਹੈ। ਜਦੋਂ ਆਪਦੇ ਸੱਸ ਸਹੁਰੇ ਨੂੰ, ਜੇਠ ਨੂੰ ਤੂੰ ਜੀ ਕਹਿ ਕੇ ਕਮਾਵੇਂਗੀ ਤੇ ਚੇਤੇ ਰੱਖੀ ਫਿਰ ਸਹੁਰੇ ਘਰ ਵਿੱਚ ਸੋਭਾ ਹੀ ਸੋਭਾ ਹੋਵੇਗੀ। ਤੇਰੀ ਸੱਸ ਆਪਣੇ ਆਂਢ ਗੁਆਂਢ ਵਿੱਚ ਬੈਠ ਕੇ ਵੀ ਤੇਰੀ ਸੋਭਾ ਕਰੇਗੀ। ਇਹਨਾਂ ਗੁਣਾਂ ਨੂੰ ਆਪਣੇ ਪੱਲੇ ਬੰਨ੍ਹ। ਤੇ ਦਰ ਅਸਲ ਇੱਕ ਜਗਿਆਸੂ ਜੀਵ ਇਸਤਰੀ ਮਹਾਂਪੁਰਖ ਅੱਗੇ, ਸੰਤ ਮਹਾਤਮਾ ਰੂਪੀ ਜੀਵ ਇਸਤਰੀ ਅੱਗੇ ਬੇਨਤੀ ਕਰਦੀ ਹੈ ਕਿ ਕਿਰਪਾ ਕਰਕੇ ਮੈਨੂੰ ਦੱਸੋ, ਪ੍ਰਭੂ ਪਤੀ ਨੂੰ ਖੁਸ਼ ਕਰਨ ਵਾਸਤੇ ਕਿਹੜੇ ਗੁਣ ਧਾਰਨ ਕਰਨੇ ਚਾਹੀਦੇ ਨੇ। ਤੇ ਮਹਾਤਮਾ ਰੂਪ ਮਹਾਂਪੁਰਖ ਜੀਵ ਇਸਤਰੀ ਨੇ ਸਮਝਾਇਆ ਕਿ ਹੇ ਜਗਿਆਸੂ, ਜੇ ਰੱਬ ਨੂੰ ਖੁਸ਼ ਕਰਨਾ ਹੈ ਤੇ ਸਭ ਤੋਂ ਪਹਿਲਾਂ ਨਿਮਰਤਾ ਦਾ ਗੁਣ ਧਾਰਨ ਕਰ, ਕਿਉਂਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਬੇਸ਼ੱਕ ਸਿੰਬਲ ਦਾ ਰੁੱਖ ਬੜਾ ਉੱਚਾ ਹੈ, ਬੜਾ ਲੰਮਾ ਹੈ, ਪੰਛੀ ਦੂਰੋਂ ਉੱਡਦੇ ਉੱਡਦੇ ਆ ਕੇ ਸਿੰਬਲ ਦੇ ਉੱਪਰ ਬੜੀ ਆਸ ਲੈ ਕੇ ਬੈਠਦੇ ਨੇ, ਪਰ ਹਾਸਲ ਉਹਨਾਂ ਨੂੰ ਕੱਖ ਨਹੀਂ ਹੁੰਦਾ। ਸਿੰਬਲ ਵਰਗਾ ਉੱਚਾ ਨਾ ਬਣ, ਨਿਮਰਤਾ ਵਿੱਚ ਰਹੋ ਤੇ ਖਮਣ ਗੁਣ ਸਹਿਣਸ਼ੀਲਤਾ ਧਾਰਨ ਕਰ। ਨਿਮਰਤਾ, ਸਹਿਣਸ਼ੀਲਤਾ ਤੇ ਮਿੱਠ ਬੋਲੜਾ ਸੁਭਾਅ, ਇਹਨਾਂ ਗੁਣਾਂ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਤੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਗੁਣਵੰਤੀ ਗੁਣ ਵੀਥਰੈ। ਜਿਹੜੀ ਗੁਣਾਂ ਵਾਲੀ ਜੀਵ ਇਸਤਰੀ ਹੈ ਉਹ ਆਪਣੇ ਗੁਣਾਂ ਨੂੰ ਵਧਾਉਂਦੀ ਹੈ ਅਥਵਾ ਪ੍ਰਭੂ ਪਤੀ ਦੇ ਗੁਣਾਂ ਦਾ ਵਿਸਥਾਰ ਕਰਦੀ ਹੈ। ਗੁਣਵੰਤੀ ਦੇ ਲਕਸ਼ਣ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੱਸੇ ਨੇ। ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਸੂਹੀ ਮਹੱਲਾ ਪੰਜਵਾ। ਗੁਣਵੰਤੀ। ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ। ਸੋਈ ਦਸ ਉਪਦੇਸੜਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਜਗਿਆਸੂ ਮਹਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਕਿ ਮੈਨੂੰ ਉਹ ਉਪਦੇਸ਼ ਦੇਣਾ ਕਰ ਜਿਹੜੇ ਉਪਦੇਸ਼ ਦੁਆਰਾ ਮੈਂ ਪਰਮਾਤਮਾ ਨੂੰ ਪਾ ਲਵਾਂ।
ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਜਿਹੜਾ ਰੱਬ ਨੂੰ ਪਾਉਣ ਦੀ ਇੱਛਾ ਰੱਖਦਾ ਹੈ ਉਹ ਗੁਰਸਿੱਖਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਉਹਨਾਂ ਤੋਂ ਅਧਿਆਤਮਿਕ ਗਿਆਨ ਪ੍ਰਾਪਤ ਕਰੇ ਅਥਵਾ ਧਰਮ ਮਾਰਗ ਦੇ ਉੱਪਰ ਚੱਲਣ ਦੀ ਸਿੱਖਿਆ ਪ੍ਰਾਪਤ ਕਰੇ। ਆਖਾਂ ਬਿਰਥਾ ਜੀ ਕੀ। हे ਮਹਾਤਮਾ ਜੀ, हे ਸੰਤ ਜੀ, ਮੈਂ ਆਪਣੇ ਜੀਵ ਦੀ, ਆਪਣੇ ਅੰਦਰ ਦੀ ਬਿਰਥਾ ਕਹੀਏ ਪੀੜਾ, ਦਰਦ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਮੇਰੇ ਅੰਦਰ ਵਿਛੋੜੇ ਦਾ ਬੜਾ ਭਾਰੀ ਸੱਲ ਹੈ ਤੇ ਗੁਰ ਸੱਜਣ ਦੇਹ ਮਿਲਾਏ ਜੀਓ। ਮੈਨੂੰ ਮੇਰੇ ਸੱਜਣ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾ ਦਿਓ। ਤੇ ਜਦੋਂ ਬੇਨਤੀ ਨੂੰ ਪ੍ਰਵਾਨ ਕਰਕੇ ਮਹਾਤਮਾ ਰੂਪ ਜੀਵ ਇਸਤਰੀ ਨੇ ਤੁਰੁੱਠ ਕੇ ਉਪਦੇਸ਼ ਦਿੱਤਾ ਤੇ ਉਹਨੇ ਇੱਕ ਗੱਲ ਆਖੀ ਕਿ ਇਤ ਮਾਰਗ ਚੱਲੇ ਭਾਈੜੇ, ਗੁਰ ਕਹਿ ਸੋ ਕਾਰ ਕਮਾਏ ਜੀਓ। ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ। ਇਉਂ ਪਾਵਹਿ ਹਰ ਦਸਾਵੜਾ, ਨਹਿ ਲੱਗੈ ਤਤੀ ਵਾਉ ਜੀਓ। ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜੀਓ। ਹਉ ਬਹੁੜ ਨਾ ਤ੍ਰਿਸ਼ਨਾ ਭੁਖੜੀ, ਹਉ ਰੱਜਾ ਤ੍ਰਿਪਤ ਅਗਾਏ ਜੀਓ। ਹੇ ਭਾਈ, ਜੇ ਰੱਬ ਨੂੰ ਮਿਲਣ ਦੀ ਤੇਰੀ ਇੱਛਾ ਹੈ ਫਿਰ ਸਭ ਤੋਂ ਪਹਿਲੀ ਗੱਲ ਕਿ ਆਪਣੇ ਅੰਦਰ ਇਹ ਗੁਣ ਧਾਰਨ ਕਰ ਕਿ ਤਿਆਗੇ ਮਨ ਕੀ ਮਤੜੀ, ਮਨ ਮਤ ਦਾ ਤਿਆਗ ਕਰ। ਦਵੈਤ ਭਾਵ ਵਿੱਚ ਜਿਹੜਾ ਪ੍ਰੇਮ ਲੱਗਾ ਹੈ ਉਸ ਨੂੰ ਵੀ ਖਤਮ ਕਰ। ਤਿਆਗੇ ਦੂਜਾ ਭਾਉ ਜੀਓ। ਇਉਂ ਪਾਵਹਿ ਹਰ ਦਰਸਾਵੜਾ, ਇਵੇਂ ਤੈਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ, ਪਰਮੇਸ਼ਰ ਦੇ ਦਰਸ਼ਨ ਹੋ ਜਾਣਗੇ। ਤੋ ਸਤਿਗੁਰੂ ਮਹਾਰਾਜ ਕਹਿੰਦੇ ਗੁਣਵੰਤੀ ਗੁਣ ਵੀਥਰੈ। ਗੁਣਾਂ ਵਾਲੀ ਔਰਤ, ਗੁਣੀ ਭਰਪੂਰ ਔਰਤ ਆਪਣੇ ਪਤੀ ਦੇ ਗੁਣਾਂ ਦਾ ਵਿਸਥਾਰ ਕਰਦੀ ਹੈ ਤੇ ਔਗਣਵੰਤੀ ਝੂਰ, ਜਿਸ ਵਿੱਚ ਔਗਣ ਹੀ ਔਗਣ ਨੇ, ਉਹ ਝੂਰਦੀ ਰਹਿੰਦੀ ਹੈ, ਪਛਤਾਉਂਦੀ ਰਹਿੰਦੀ ਹੈ ਕਿ ਮੇਰਾ ਪਤੀ ਮੇਰੇ ਵੱਸ ਵਿੱਚ ਨਹੀਂ, ਪਤੀ ਦੇ ਨਾਲ ਮੇਰੀ ਬਣਦੀ ਨਹੀਂ, ਦੋਵਾਂ ਦੀ ਸਾਡੀ ਆਪਸੀ ਲੜਾਈ ਮੁੱਕਦੀ ਨਹੀਂ। ਇਹਨਾਂ ਗੱਲਾਂ ਤੋਂ ਉਹ ਬਹੁਤ ਪਛਤਾਉਂਦੀ ਹੈ। ਗੁਣਵੰਤੀ ਦੇ ਲੱਛਣ ਨੇ ਕਿ ਆਪਣੇ ਤੋਂ ਵੱਡਿਆਂ ਨੂੰ ਪਿਤਾ ਸਮਾਨ ਸਮਝਦੀ ਹੈ, ਬਰਾਬਰ ਦਿਆਂ ਨੂੰ ਭਰਾ ਸਮਾਨ ਤੇ ਆਪਣੇ ਤੋਂ ਛੋਟਿਆਂ ਨੂੰ ਪੁੱਤਰ ਸਮਝਦੀ ਹੈ। ਇਹ ਗੁਣਵੰਤੀ ਦੀਆਂ ਨਿਸ਼ਾਨੀਆਂ ਹਨ। ਪਰ ਔਗਣਵੰਤੀ ਝੂਰ, ਔਗਣਵੰਤੀ ਮਨ ਬਾਣੀ ਸਰੀਰ ਕਰਕੇ ਆਪਣੇ ਪਤੀ ਦੀ ਵਫਾਦਾਰ ਨਹੀਂ ਹੁੰਦੀ। ਤੋ ਸਤਿਗੁਰੂ ਮਹਾਰਾਜ ਕਹਿੰਦੇ ਉਹ ਹਮੇਸ਼ਾ ਝੂਰਦੀ ਰਹਿੰਦੀ ਹੈ, ਹਮੇਸ਼ਾ ਹੀ ਉਸ ਨੂੰ ਪਛਤਾਤਾਪ ਲੱਗਾ ਰਹਿੰਦਾ ਹੈ। ਜੇ ਲੋੜ ਹੈ ਵਰ ਕਾਮਣੀ, ਨਹਿ ਮਿਲੀਐ ਪਿਰ ਕੂਰ। ਕਾਮਣੀ ਭਾਵ ਹੈ ਬੀਬੀ, ਹੈ ਔਰਤ, ਜੇ ਤੂੰ ਲੋੜ ਹੈ ਭਾਵ ਚਾਹੁੰਦੀ ਹੈ ਵਾਰ ਪਤੀ ਨੂੰ ਖੁਸ਼ ਕਰਨਾ ਚਾਹੁੰਦੀ ਹੈ ਤੇ ਨਹਿ ਮਿਲ ਗਿਆ ਪਿਰ ਕੂਰ। ਯਾਦ ਰੱਖੀ, ਝੂਠ ਦਾ ਸਹਾਰਾ ਲੈ ਕੇ ਪਤੀ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਅਥਵਾ ਹੈ ਜੀਵ ਇਸਤਰੀ, ਜੇ ਤੂੰ ਪ੍ਰਭੂ ਪਤੀ ਦਾ ਆਨੰਦ ਮਾਨਣਾ ਹੈ, ਉਸ ਨੂੰ ਪ੍ਰਸੰਨ ਕਰਨਾ ਹੈ, ਫਿਰ ਝੂਠੇ ਸਾਧਨਾ ਦਾ ਆਸਰਾ ਲੈ ਕੇ ਉਹਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਨਹਿ ਮਿਲ ਗਿਆ ਪਿਰ ਕੂਰ। ਝੂਠੇ ਸਾਧਨ ਕਿਹੜੇ ਹਨ? ਨਿਮਖ ਨਿਮਖ ਕਰ ਸਰੀਰ ਕਟਾਵੇ, ਤਉ ਪੀ ਹਉਮੈ ਮੈਲ ਨਾ ਜਾਵੇ। ਕਈ ਸਾਧੂ ਮਹਾਤਮਾ ਇਸ ਤਰ੍ਹਾਂ ਦੇ ਹੋਏ ਨੇ ਜਿਹੜੇ ਇੱਕ ਇੱਕ ਪੋਟਾ ਆਪਣੇ ਸਰੀਰ ਦਾ ਰੋਜ਼ ਵੱਢ ਕੇ ਅੱਗ ਵਿੱਚ ਸੁੱਟ ਕੇ ਸਾੜ ਦਿੰਦੇ ਸੀ। ਪਰ ਗੁਰੂ ਸਾਹਿਬ ਕਹਿੰਦੇ ਨੇ ਐਵੇਂ ਪੋਟੇ ਪੋਟੇ ਕਰਕੇ ਆਪਣਾ ਸਰੀਰ ਵੱਢ ਕੇ ਅੱਗ ਵਿੱਚ ਸੁੱਟਣ ਨਾਲ ਵੀ ਹਉਮੈ ਨਹੀਂ ਮੁੱਕਦੀ ਜੇ। ਇਹਨਾਂ ਕੂੜੇ ਸਾਧਨਾ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹੈ ਜੀਵ ਇਸਤਰੀ, ਔਗਣਾਂ ਦਾ ਤਿਆਗ ਕਰ ਤੇ ਗੁਣ ਧਾਰਨ ਕਰਕੇ ਹੀ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਨਾ ਬੇੜੀ ਨਾ ਤੁਲਹੜਾ, ਨਾ ਪਾਈਐ ਪਿਰ ਦੂਰ। ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਬਹੁਤ ਦੂਰ ਹੈ। ਜੀਵ ਇਸਤਰੀ ਸੰਸਾਰ ਸਮੁੰਦਰ ਦੇ ਵਿੱਚ ਹੈ।
ਪਰ ਬਦਕਿਸਮਤੀ ਇਹ ਹੈ ਕਿ ਸਮੁੰਦਰ ਨੂੰ ਪਾਰ ਕਰਨ ਵਾਸਤੇ ਨਾ ਤਾਂ ਕੋਲ ਬੇੜੀ ਹੈ ਤੇ ਨਾ ਹੀ ਤੁਲਹਾ ਹੈ। ਬੇੜੀ ਹੈ ਭਗਤੀ ਰੂਪੀ ਤੇ ਉਪਾਸ਼ਨਾ ਰੂਪੀ ਤੁਲਹਾ ਹੈ। ਭਾਵ ਨਾ ਤੇ ਉਪਾਸ਼ਨਾ ਕੋਲ ਹੈ ਤੇ ਨਾ ਹੀ ਭਗਤੀ ਕੋਲ ਹੈ। ਭਗਤੀ ਦੀ ਬੇੜੀ ਦੇ ਉੱਪਰ ਚੜ੍ਹ ਕੇ ਹੀ ਸਮੁੰਦਰ ਤੋਂ ਪਾਰ ਹੋ ਸਕਦਾ ਸੀ, ਪਰ ਬਦਕਿਸਮਤੀ ਨਾ ਭਗਤੀ ਹੈ ਨਾ ਉਪਾਸ਼ਨਾ ਹੈ। ਤੇ ਭਾਵਨਾ ਤੋਂ ਬਗੈਰ, ਭਾਉ ਭਗਤੀ ਤੋਂ ਬਗੈਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਭਗਤ ਕਬੀਰ ਜੀ ਕਹਿੰਦੇ ਨੇ, ਪਰਮੇਸ਼ਰ ਕਿਸੇ ਦੇ ਬਾਪ ਦੀ ਖਰੀਦੀ ਹੋਈ ਜਗੀਰ ਨਹੀਂ ਹੈ ਕਿ ਪਿਓ ਨੇ ਬਥੇਰੇ ਮਰੱਬੇ ਬਣਾਏ ਨੇ, ਜਿੰਨਾ ਮਰਜ਼ੀ ਲੜ ਝਗੜ ਲਓ, ਇੱਕ ਦਿਨ ਆਉਣੇ ਤਾਂ ਆਪਦੇ ਕੋਲ ਹੀ ਨੇ। ਕਿਉਂਕਿ ਕਾਨੂੰਨੀ ਤੌਰ ਤੇ ਪਿਤਾ ਦੀ ਜਾਗੀਰ ਦੇ ਉੱਪਰ ਪੁੱਤ ਦਾ ਹੱਕ ਹੈ। ਪਰ ਮਹਾਰਾਜ ਕਹਿੰਦੇ ਨੇ, ਪਰਮਾਤਮਾ ਕਿਸੇ ਦੇ ਬਾਪ ਦੀ ਜਾਗੀਰ ਨਹੀਂ। ਇਹ ਤਾਂ ਜਿਹੜਾ ਭਾਵਨਾ ਨਾਲ ਉਹਦਾ ਸਿਮਰਨ ਕਰੇਗਾ, ਵਾਹਿਗੁਰੂ ਉਸੇ ਨੂੰ ਪ੍ਰਾਪਤ ਹੋਵੇਗਾ। ਤੇ ਜਦੋਂ ਭਾਉ ਭਗਤੀ ਦੀ ਬੇੜੀ ਕੋਲ ਨਹੀਂ, ਉਪਾਸ਼ਨਾ ਰੂਪੀ ਤੁਲਹਾ ਕੋਲ ਨਹੀਂ, ਤੇ ਰੱਬ ਤਾਂ ਬੜੀ ਦੂਰ ਹੈ। ਜੀਵ ਇਸਤਰੀ ਤਾਂ ਸਮੁੰਦਰ ਦੇ ਵਿੱਚ ਗੋਤੇ ਖਾ ਰਹੀ ਹੈ, ਪ੍ਰਭੂ ਪਤੀ ਬੜਾ ਦੂਰ ਹੈ, ਦੂਸਰੇ ਕਿਨਾਰੇ ਤੇ ਹੈ। ਪਹੁੰਚਣ ਵਾਸਤੇ ਸਾਧਨ ਚਾਹੀਦੇ ਨੇ, ਪਰ ਉਹਨਾਂ ਸਾਧਨਾਂ ਤੋਂ ਹੀਣਾ ਹੋਣ ਕਰਕੇ, ਸਾਧਨਾਂ ਤੋਂ ਸਖਣਾ ਹੋਣ ਕਰਕੇ ਇਹ ਜੀਵ ਇਸੇ ਸੰਸਾਰ ਸਮੁੰਦਰ ਵਿੱਚ ਗੋਤੇ ਖਾਂਦਾ ਹੈ। ਮੇਰੇ ਠਾਕੁਰ ਪੂਰੇ ਤਖਤ ਅਡੋਲ। ਹੇ ਮੇਰੇ ਠਾਕੁਰ, ਤੇਰਾ ਤਖਤ ਅਹਿਲ ਹੈ। ਜਿਸ ਸਿੰਘਾਸਣ ਦੇ ਉੱਪਰ ਤੂੰ ਬਿਰਾਜਮਾਨ ਹੈ, ਉਹ ਸਿੰਘਾਸਣ ਕਦੇ ਵੀ ਖਤਮ ਨਹੀਂ ਹੁੰਦਾ। ਤੇਰਾ ਰਾਜ ਸਦਾ ਹੀ ਅਟਲ ਹੈ। ਫਿਰ ਤੂੰ ਪੂਰਾ ਹੈ। ਇਸ ਸੰਸਾਰ ਦੇ ਉੱਪਰ ਹਰ ਵਿਅਕਤੀ ਦੇ ਵਿੱਚ ਕੁਝ ਨਾ ਕੁਝ ਅਧੂਰਾਪਣ ਜ਼ਰੂਰ ਹੁੰਦਾ ਹੈ। ਕੋਈ ਵੀ ਬੰਦਾ ਇੱਥੇ ਪੂਰਾ ਨਹੀਂ ਹੋ ਸਕਦਾ। ਪਰ हे ਪ੍ਰਭੂ, ਤੂੰ ਪੂਰਾ ਹੈ ਤੇ ਪੂਰੇ ਤਖਤ ਦੇ ਉੱਪਰ ਬਿਰਾਜਮਾਨ ਹੈ। ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਉਸ ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਦੁਨੀਆ ਦਾ ਕੋਈ ਵੀ ਰਾਜਾ ਨਹੀਂ ਹੈ ਭਾਈ। ਇਹਨਾਂ ਦੀਆਂ ਸਰਕਾਰਾਂ ਤੇ 5-5 ਸਾਲਾਂ ਬਾਅਦ ਬਦਲ ਜਾਂਦੀਆਂ ਨੇ, ਪਰ ਪਰਮੇਸ਼ਰ ਦੀ ਸਰਕਾਰ ਸਦੀ ਵੀ ਹੈ। ਰਾਜੋ ਤਾਂ ਤੇਰਾ ਸਦਾ ਨਿਹਚਲ, ਇਹੋ ਕਬ ਹੋ ਨਾ ਜਾਵੇ। ਚਾਕਰ ਤਾਂ ਤੇਰਾ ਸੋਏ ਹੋਵੇ, ਜੋਏ ਸਹਿਜ ਸਮਾਵੇ। ਤੇਰਾ ਰਾਜ ਸਦਾ ਅਟਲ ਹੈ, ਜੁਗਾਂ ਜੁਗਾਂਤਰਾਂ ਤੋਂ ਲੈ ਕੇ ਤੇਰਾ ਰਾਜ ਹੈ। हे ਪ੍ਰਮਾਤਮਾ, ਪੂਰੇ ਤਖਤ ਅਡੋਲ, ਉਹੀ ਸੱਚਾ ਤਖਤ ਹੈ ਤੇ ਉਸੇ ਤਖਤ ਦੇ ਉੱਪਰ ਹੀ ਸੱਚਾ ਨਿਆਂ ਹੁੰਦਾ ਹੈ। ਰਾਜਿਆਂ ਮਹਾਰਾਜਿਆਂ ਦੇ ਤਖਤਾਂ ਦੇ ਉੱਪਰ ਤੇ ਪੱਖਪਾਤੀ ਫੈਸਲੇ ਕੀਤੇ ਜਾਂਦੇ ਨੇ। ਜਿਸ ਬੰਦੇ ਦੀ ਰਾਜਿਆਂ ਦੇ ਨਾਲ, ਬਾਦਸ਼ਾਹਾਂ ਦੇ ਨਾਲ ਬਹਿਣੀ ਉੱਠਣੀ ਹੋਵੇ, ਉਹ ਭਾਵੇਂ ਕਸੂਰਵਾਰ ਵੀ ਕਿਉਂ ਨਾ ਹੋਵੇ, ਉਹਨੂੰ ਫਿਰ ਵੀ ਮਾਫ ਕਰ ਦਿੱਤਾ ਜਾਂਦਾ ਹੈ। ਪਰ ਜਿਹੜਾ ਬੰਦਾ ਸਰਕਾਰ ਨਾਲ ਜੁੜਿਆ ਨਹੀਂ, ਕਿਸੇ ਪਾਰਟੀ ਨਾਲ ਨਹੀਂ ਜੁੜਿਆ, ਉਹ ਬੇਕਸੂਰ ਹੋਣ ਦੇ ਬਾਵਜੂਦ ਵੀ ਉਹਨੂੰ ਜੇਲ੍ਹਾਂ ਵਿੱਚ ਧੱਕ ਦਿੱਤਾ ਜਾਂਦਾ ਹੈ। ਇਹਨਾਂ ਤਖਤਾਂ ਦੇ ਉੱਪਰ ਤਾਂ ਬੜੀ ਬੇਨਿਆਈ ਹੁੰਦੀ ਹੈ, ਪਰ ਇੱਕ ਸੱਚਾ ਤਖਤ ਹੈ। ਗੁਰਬਾਣੀ ਦਾ ਬਚਨ ਹੈ, ਪੂਰਾ ਨਿਆਂ ਕਰੇ ਕਰਤਾਰ। ਵਾਹਿਗੁਰੂ ਦੇ ਘਰ ਦਾ ਨਿਆਂ ਬਿਲਕੁਲ ਸੱਚ ਹੈ। ਇਹਨਾਂ ਕੋਟਾਂ ਕਚਹਿਰੀਆਂ ਦੇ ਵਿੱਚੋਂ ਤਾਂ ਬੰਦਾ ਰਿਸ਼ਵਤਾਂ ਦੇ ਕੇ ਵੀ ਬਰੀ ਹੋ ਜਾਂਦਾ ਹੈ, ਜਾਂ ਕਈ ਫਰਮਾਇਸ਼ਾਂ ਪਾ ਕੇ ਵੀ ਕੇਸ ਰੱਦ ਕਰਵਾ ਦਿੰਦੇ ਨੇ। ਪਰ ਪ੍ਰਮਾਤਮਾ ਦਾ ਜਿੱਥੇ ਤਖਤ ਅਡੋਲ ਹੈ, ਅਹਿਲ ਹੈ, ਉਹ ਸੱਚਾ ਤਖਤ ਹੈ। ਉੱਥੇ ਸੱਚਾ ਨਿਆਂ ਹੁੰਦਾ ਹੈ, ਕਿਸੇ ਨਾਲ ਕੋਈ ਵਧੀਕੀ ਨਹੀਂ ਹੁੰਦੀ।
ਉਹਦਾ ਵਿਧਾਨ, ਉਹਦਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ। ਗੁਰਮੁਖ ਪੂਰਾ ਜੇ ਕਰੇ, ਪਾਈਐ ਸਾਚ ਅਤੋਲ। ਉਹ ਪ੍ਰਭੂ ਪਰਮਾਤਮਾ ਜਿਸ ਗੁਰਮੁਖ ਨੂੰ ਪੂਰਾ ਕਰ ਦੇਵੇ, ਭਾਵ ਜਿਸ ਗੁਰਸਿੱਖ ਨੂੰ ਉਹ ਪੂਰਾ ਬਣਾ ਦੇਵੇ, ਉਹੀ ਪੂਰਾ ਹੋ ਸਕਦਾ ਹੈ। ਅਥਵਾ ਗੁਰਮੁਖ ਪੂਰਾ ਜੇ ਕਰੇ, ਮੁਖੀ ਗੁਰੂ ਸਾਹਿਬ ਜਿਸ ਸਿੱਖ ਨੂੰ ਪੂਰਾ ਕਰ ਦੇਣ, ਭਾਵ ਗੁਣਾਂ ਵਿੱਚ ਭਰਪੂਰ ਕਰ ਦੇਣ। ਪਾਈਐ ਸਾਚ ਅਤੋਲ, ਅਤੋਲ ਭਾਵ ਜਿਸ ਨੂੰ ਤੋਲਿਆ ਨਾ ਜਾ ਸਕੇ। ਉਸ ਅਤੋਲ ਵਾਹਿਗੁਰੂ ਨੂੰ, ਉਸ ਸੱਚੇ ਪ੍ਰਮਾਤਮਾ ਨੂੰ ਭਾਈ ਪਾ ਲਈਦਾ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਮੁਖੀ ਗੁਰੂ ਸਾਹਿਬ ਕਿਰਪਾ ਕਰਕੇ ਆਪਣੇ ਸਿੱਖ ਦੇ ਸੀਸ ਤੇ ਹੱਥ ਰੱਖਦੇ ਨੇ ਤੇ ਮਿਹਰ ਦੀ ਨਿਗਾਹ ਕਰਕੇ ਸੱਚੇ ਪਾਤਸ਼ਾਹ ਜਦੋਂ ਪ੍ਰਮਾਤਮਾ ਦੇ ਰੱਬੀ ਗੁਣ ਭਰ ਦਿੰਦੇ ਹਨ, ਤਾਂ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਜੀ। ਪ੍ਰਭ ਹਰਮੰਦਰ ਸੋਹਣਾ, ਤਿਸ ਮਹਿਮਾਨ ਕਲਾਲ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਪੰਕਤੀਆਂ ਵਿੱਚ ਭਵਿੱਖਤ ਬਚਨ ਕੀਤੇ ਨੇ ਕਿ ਜਦੋਂ ਅਸੀਂ ਪੰਜਵੇਂ ਜਾਮੇ ਦੇ ਵਿੱਚ ਅਵਤਾਰ ਧਾਰਨ ਕਰਾਂਗੇ, ਉਦੋਂ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਵਾਂਗੇ। ਪ੍ਰਭ ਹਰਮੰਦਰ ਸੋਹਣਾ, ਉਹ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਬਹੁਤ ਸੋਹਣਾ ਹੋਵੇਗਾ। ਉਹਦੀ ਇਮਾਰਤ ਬੜੀ ਦਿਲਕਸ਼ ਹੋਵੇਗੀ, ਸਾਰਿਆਂ ਦੇ ਮਨ ਨੂੰ ਭਾਉਣ ਵਾਲੀ ਇਮਾਰਤ ਹੋਵੇਗੀ। ਸ੍ਰੀ ਹਰਮੰਦਰ ਸਾਹਿਬ ਦੀ ਵਡਿਆਈ ਬੜੇ ਮਹਾਨ ਲੇਖਕਾਂ ਅਤੇ ਵਿਦਵਾਨਾਂ ਨੇ ਲਿਖੀ ਹੈ ਕਿ ਪਹਿਲੀ ਨਜ਼ਰੇ ਦਰਬਾਰ ਸਾਹਿਬ ਦਾ ਦਰਸ਼ਨ ਕਰਨ ਤੇ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਤਲਾਬ ਦੇ ਵਿੱਚ ਕਿਸੇ ਕਮਲ ਫੁੱਲ ਨੂੰ ਵੇਖ ਰਹੇ ਹੋਈਏ। ਫਿਰ ਦਰਬਾਰ ਸਾਹਿਬ ਦੇ ਗੁੰਬਦ ਦੇ ਉੱਪਰ ਕਮਲ ਮੂਧਾ ਹੈ, ਜਿਹੜਾ ਇਸ ਗੱਲ ਦਾ ਸੂਚਕ ਹੈ ਕਿ ਹੇ ਭਾਈ, ਦੁਨੀਆ ਵੱਲੋਂ ਆਪਣੀ ਬਿਰਤੀ ਨੂੰ ਉਲਟਾਉਣਾ ਹੈ। ਇਹ ਜੋ ਮਨ ਰੂਪੀ ਕਮਲ ਫੁੱਲ ਹੈ, ਕੌਲ ਫੁੱਲ ਹੈ, ਹਿਰਦਾ ਕੌਲ ਫੁੱਲ, ਇਸ ਨੂੰ ਸੰਸਾਰ ਵੱਲੋਂ ਉਲਟਾ ਕੇ ਗੁਰੂ ਨਾਲ ਜੋੜਨਾ ਹੈ। ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਉ ਕਰ ਉਲਟੀ ਰੇ। ਫਿਰ ਲక్ష్ਮੀ ਹਮੇਸ਼ਾ ਕਮਲ ਫੁੱਲ ਦੇ ਵਿੱਚ ਆਪਣਾ ਵਾਸ ਕਰਦੀ ਹੈ। ਲక్ష్ਮੀ ਦਾ ਸਿੰਘਾਸਨ ਕਮਲ ਫੁੱਲ ਦੇ ਉੱਪਰ ਹੈ ਤੇ ਦਰਬਾਰ ਸਾਹਿਬ ਦੇ ਗੁੰਬਦ ਦੇ ਉੱਪਰ ਕਮਲ ਫੁੱਲ ਉਲਟਾ ਹੈ, ਇਸ ਕਰਕੇ ਥੱਲੇ ਲక్ష్ਮੀ ਨਿਵਾਸ ਕਰਦੀ ਹੈ। ਭਾਵ ਬੇਅੰਤ ਸੰਗਤਾਂ ਆਪਣਾ ਧਨ ਸਫਲਾ ਕਰਨ ਵਾਸਤੇ, ਕਿਰਤ ਕਮਾਈ ਨੂੰ ਸਫਲ ਬਣਾਉਣ ਵਾਸਤੇ ਦਸਵੰਧ ਦਿੰਦੀਆਂ ਨੇ। ਫਿਰ ਦਰਬਾਰ ਸਾਹਿਬ ਦੇ ਉੱਪਰਲੀ ਇਮਾਰਤ ਦੀਆਂ ਬਾਰੀਆਂ ਵਿੱਚ ਜਿਹੜੀ ਮਰਜ਼ੀ ਰੁੱਤ ਵਿੱਚ ਜਾ ਕੇ ਬੈਠ ਜਾਓ, ਉਥੋਂ ਦੀ ਹਵਾ ਹਮੇਸ਼ਾ ਗਰਮੀਆਂ ਦੇ ਵਿੱਚ ਠੰਡੀ ਤੇ ਸਰਦੀਆਂ ਦੇ ਵਿੱਚ ਉੱਥੇ ਨਿੱਘ ਹੁੰਦਾ ਹੈ। ਫਿਰ ਇਸੇ ਪ੍ਰਕਾਰ ਹਰਮੰਦਰ ਸਾਹਿਬ ਦੇ 4 ਦਰਵਾਜ਼ੇ ਨੇ। ਚੌਹਾਂ ਵਰਨਾਂ ਤੇ ਚੌਹਾਂ ਧਰਮਾਂ ਦੇ ਜੀਵ, ਚੌਹਾਂ ਧਰਮਾਂ ਦੇ ਪ੍ਰਾਣੀ ਇੱਥੇ ਆ ਕੇ ਆਪਣਾ ਉਧਾਰ ਕਰਦੇ ਹਨ। ਇਸ ਕਰਕੇ ਹਜੂਰ ਕਹਿੰਦੇ ਪ੍ਰਭ ਹਰਮੰਦਰ ਸੋਹਣਾ। ਉਸ ਅਕਾਲ ਪੁਰਖ ਵਾਹਿਗੁਰੂ ਦਾ ਘਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਹੁਤ ਸੋਹਣਾ ਤਿਆਰ ਕਰਾਵਾਂਗੇ। ਧਰਤੀ ਦੇ ਉੱਪਰ ਸੱਚਖੰਡ ਬਣਾਵਾਂਗੇ। ਕਿਸੇ ਮੁਸਲਮਾਨ ਵਿਦਵਾਨ ਦਾ ਖਿਆਲ ਹੈ ਕਿ ਹੇ ਖੁਦਾ, ਹੇ ਅੱਲਾਹ ਤਾਲਾ, ਜੇ ਤੂੰ ਮੇਰੇ ਤੇ ਬਹੁਤ ਮਿਹਰਬਾਨ ਹੈ ਤੇ ਮੈਂ ਤੇਰੇ ਤੋਂ ਇੱਕ ਦਾਤ ਮੰਗਦਾ ਹਾਂ ਕਿ ਕਿਰਪਾ ਕਰ, ਭਾਵੇਂ ਜੰਨਤ ਦੇ ਵਿੱਚ ਵੀ ਬੜੇ ਸੁੱਖ ਦੱਸੇ ਜਾਂਦੇ ਨੇ, ਕਿਉਂਕਿ ਜਿਹੜੇ ਹਜ਼ਰਤ ਵਾਇਸ ਨੇ, ਜਿਨ੍ਹਾਂ ਨੇ ਧਾਰਮਿਕ ਗ੍ਰੰਥਾਂ ਨੂੰ ਫਰੋਲਿਆ ਹੈ,
ਉਹਨਾਂ ਧਰਮ ਗ੍ਰੰਥਾਂ ਨੂੰ ਪੜ੍ਹਨ ਵਾਲਿਆਂ ਨੇ ਸਾਨੂੰ ਬੜੀ ਤਸੱਲੀ ਦੇ ਨਾਲ ਦੱਸਿਆ ਕਿ ਜੰਨਤ ਦੇ ਵਿੱਚ ਬੜੇ ਭਾਰੀ ਸੁੱਖ ਮਿਲਦੇ ਨੇ। ਪਰ ਯਾ ਖੁਦਾ, ਹੈ ਅੱਲਾਹ ਤਾਲਾ, ਮੈਂ ਤੇਰੇ ਤੋਂ ਜੰਨਤ ਨਹੀਂ ਮੰਗਦਾ, ਮੈਂ ਤੇਰੇ ਤੋਂ ਮਦੀਨੇ ਦੇ ਦਰਸ਼ਨ ਮੰਗਦਾ ਹਾਂ। ਮੇਰੇ ਵਾਸਤੇ ਮਦੀਨੇ ਦਾ ਦਰਸ਼ਨ ਹੀ ਜੰਨਤ ਦੀ ਪ੍ਰਾਪਤੀ ਹੈ। ਮੱਕੇ ਦੀ ਜ਼ਿਆਰਤ ਕਰ ਆਉਣੀ ਹੀ ਮੇਰੇ ਵਾਸਤੇ ਜੰਨਤ ਹੈ। ਇਸੇ ਤਰ੍ਹਾਂ ਹੇ ਸਤਿਗੁਰੂ ਜੀ, ਬੇਸ਼ੱਕ ਸਵਰਗਾਂ ਦੇ ਵਿੱਚ ਬੜੇ ਸੁੱਖ ਹੋਣਗੇ, ਪਰ ਸਾਡੇ ਵਾਸਤੇ ਸ੍ਰੀ ਦਰਬਾਰ ਸਾਹਿਬ ਦਾ ਦਰਸ਼ਨ ਹੀ ਸਵਰਗਾਂ ਦਾ ਸੁੱਖ ਹੈ। ਦੂਰ ਬੈਠਾ ਗੁਰਸਿੱਖ ਵੀ ਹਰ ਰੋਜ਼ ਅਰਦਾਸ ਕਰਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰਾਂ ਦੀ ਦਾਤ ਬਖਸ਼ੋ। ਜਦੋਂ ਕਾਨੂੰਨ ਦੀਆਂ ਸ਼ੰਭਾਂ ਵਿੱਚ ਖਾਲਸਾ ਪੰਥ ਵਸਦਾ ਸੀ, ਉਦੋਂ ਵੀ ਮਨ ਵਿੱਚ ਇਹੀ ਤਮੰਨਾ ਸੀ, ਹੇ ਗੁਰੂ ਰਾਮਦਾਸ, ਤੇਰੀ ਨਗਰੀ ਵਿੱਚ ਆ ਕੇ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਕਰ ਲਈਏ। ਤਾਂ ਹੀ ਸਾਡੇ ਪੁਰਖਿਆਂ ਨੇ ਅਰਦਾਸ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਸ਼ਾਮਿਲ ਕਰ ਦਿੱਤਾ। ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਹਰਮੰਦਰ ਸਾਹਿਬ ਦੀ ਜੋ ਬਣਾਵਟ ਹੈ ਉਹ ਬਹੁਤ ਸੁੰਦਰ ਹੋਵੇਗੀ। ਪ੍ਰਭ ਹਰਮੰਦਰ ਸੋਹਣਾ, ਤਿਸ ਮਹਿ ਮਾਣਕ ਲਾਲ। ਉਸ ਹਰਮੰਦਰ ਸਾਹਿਬ ਦੇ ਉੱਪਰ ਸੋਨਾ ਜੜਿਆ ਜਾਵੇਗਾ, ਸੋਹਣੇ ਮਾਣਕ ਮੋਤੀ ਤੇ ਲਾਲ ਜੜੇ ਜਾਣਗੇ। ਮੋਤੀ ਹੀਰਾ ਨਿਰਮਲਾ, ਕੰਚਨ ਕੋਟ ਰੀਸਾਲ। ਜਿਸ ਵਿੱਚ ਅਨੇਕ ਪ੍ਰਕਾਰ ਦੇ ਮੋਤੀ, ਹੀਰੇ, ਨਿਰਮਲ ਭਾਵ ਉਜਲ, ਕੰਚਨ ਕੋਟ ਰੀਸਾਲ। ਕੰਚਨ ਭਾਵ ਸੋਨਾ ਜਿਸ ਦੇ ਚਾਰੋਂ ਤਰਫ ਲੱਗਾ ਹੋਵੇਗਾ। ਸੋਨੇ ਦੇ ਵਿੱਚ ਜਿਸ ਇਮਾਰਤ ਨੂੰ ਮੜਿਆ ਜਾਵੇਗਾ। ਰਿਸਾਲ ਨਾਮ ਹੈ ਸੁੰਦਰਤਾ, ਕਿ ਉਹਦੀ ਸੁੰਦਰਤਾ ਨੂੰ ਵੇਖਣ ਵਾਸਤੇ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਣਗੀਆਂ। ਇਸੇ ਪ੍ਰਕਾਰ ਪ੍ਰਭ ਹਰਮੰਦਰ ਸੋਹਣਾ, ਤਿਸ ਮਹਿ ਮਾਣਕ ਲਾਲ। ਪਰਮਾਤਮਾ ਵਾਹਿਗੁਰੂ ਦਾ ਮੰਦਰ ਹੈ ਸਾਧ ਸੰਗਤ, ਤੇ ਸਾਧ ਸੰਗਤ ਰੂਪੀ ਮੰਦਰ, ਸਾਧ ਸੰਗਤ ਰੂਪੀ ਘਰ ਵੀ ਬੜਾ ਸੋਹਣਾ ਹੈ। ਇਸ ਸੰਗਤ ਰੂਪੀ ਘਰ ਦੇ ਵਿੱਚ ਤਿਸ ਮਹਿ ਮਾਣਕ ਲਾਲ, ਸਿਦਕ ਦੇ ਮੋਤੀ, ਤੇ ਇੱਥੇ ਸ਼ਰਧਾ ਰੂਪੀ ਲਾਲ ਆਦਿਕ ਹਨ। ਮੋਤੀ ਹੀਰਾ ਨਿਰਮਲਾ, ਕੰਚਨ ਕੋਟ ਰੀਸਾਲ। ਗਿਆਨ, ਵੈਰਾਗ, ਸ਼ਰਧਾ ਇਤਿਆਦਿਕ ਇਹਨਾਂ ਗੁਣਾਂ ਦੇ ਨਾਲ ਇਹ ਸਾਧ ਸੰਗਤ ਰੂਪੀ ਘਰ ਬਹੁਤ ਸੁੰਦਰ ਬਣਿਆ ਹੈ। ਇਸੇ ਪ੍ਰਕਾਰ ਪ੍ਰਭ ਹਰਮੰਦਰ ਸੋਹਣਾ, ਤਿਸ ਮਹਿ ਮਾਣਕ ਲਾਲ। ਵਾਹਿਗੁਰੂ ਪਰਮੇਸ਼ਰ ਦਾ ਮੰਦਰ ਕੌਣ ਹੈ? ਦਸਮ ਦੁਆਰ। ਦਸਮ ਦੁਆਰ ਰੂਪੀ ਮੰਦਰ ਵੀ ਬੜਾ ਸੁੰਦਰ ਹੈ। ਉਸ ਮੰਦਰ ਦੇ ਵਿੱਚ ਵੀ ਬੜਾ ਭਾਰੀ ਆਨੰਦ ਹੈ। ਤਿਸ ਮਹਿ ਮਾਣਕ ਲਾਲ, ਤੇ ਜਿਹੜੀ ਚਿੱਟੀ ਚਰਬੀ ਹੈ ਚਿੱਟੇ ਰੰਗ ਦੀ, ਇਹ ਮਾਨੋ ਕਿ ਮਾਣਕ ਹੈ, ਤੇ ਲਾਲ ਰੰਗ ਦੀ ਜੋ ਚਰਬੀ, ਇਹ ਲਾਲ ਆਦਿਕ ਹਨ। ਮੋਤੀ ਹੀਰਾ ਨਿਰਮਲਾ, ਕੰਚਨ ਕੋਟ ਰੀਸਾਲ। ਆਤਮਿਕ ਗਿਆਨ ਤੇ ਤਤ ਤਵੰਗ ਦਾ ਸੰਸ਼ੋਧਨ, ਇਹ ਮਾਨੋ ਕਿ ਮੋਤੀ ਹਨ, ਹੀਰੇ ਨੇ। ਨਿਰਮਲੇ ਭਾਵ ਬਹੁਤ ਉਜਲ, ਤੇ ਰੀਸਾਲ ਨਾਮ ਹੈ ਸੁੰਦਰ ਦਾ। ਇਸ ਮਹਾਨ ਸੁੰਦਰਤਾ ਦੇ ਨਾਲ ਪਰਮਾਤਮਾ ਦੇ ਪਿਆਰੇ ਮੋਹਿਤ ਹੋਏ ਹਨ। ਇਸੇ ਪ੍ਰਕਾਰ ਪ੍ਰਭ ਹਰਮੰਦਰ ਸੋਹਣਾ, ਤਿਸ ਮਹਿ ਮਾਣਕ ਲਾਲ। ਵਾਹਿਗੁਰੂ ਪਰਮਾਤਮਾ ਦਾ ਮੰਦਰ ਕੀ ਹੈ? ਮਨੁੱਖ ਦਾ ਸਰੀਰ। ਹਰ ਮੰਦਰ ਇਹੋ ਸਰੀਰ ਹੈ, ਸਬਦੇ ਪ੍ਰਗਟ ਹੋਏ। ਇਹ ਸਰੀਰ ਵੀ ਇੱਕ ਭਾਈ ਮੰਦਰ ਹੈ, ਤੇ ਇਸ ਮੰਦਰ ਦੇ ਵਿੱਚ ਪਰਮੇਸ਼ਰ ਨੇ ਸ਼ੁਭ ਗੁਣਾ ਰੂਪੀ ਲਾਲ ਰਤਨ ਪੈਦਾ ਕੀਤੇ ਨੇ। ਗੁਰਬਾਣੀ ਦਾ ਬਚਨ ਹੈ, ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੈ ਖੋਤ। ਇਸੇ ਹੀ ਸਰੀਰ ਵਿੱਚੋਂ ਆਤਮਿਕ ਗਿਆਨ ਪ੍ਰਾਪਤ ਕਰਕੇ ਸਿਦਕ, ਵੈਰਾਗ, ਭਾਵਨਾ, ਫਿਰ ਇਸੇ ਪ੍ਰਕਾਰ ਸਾਮ, ਦਮ, ਸ਼ਰਧਾ, ਸਮਾਧਾਨ, ਉਪਰਾਮ, ਤਤੀਕਸ਼ਾ,
ਇਹਨਾਂ ਸ਼ੁਭ ਗੁਣਾਂ ਦੇ ਮੋਤੀ ਪੈਦਾ ਹੁੰਦੇ ਹਨ। ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ। ਪਰਮਾਤਮਾ ਦਾ ਨਾਮ ਰੂਪੀ ਹੀਰਾ ਇਸੇ ਸਰੀਰ ਵਿੱਚੋਂ ਹੀ ਪ੍ਰਗਟ ਹੋਵੇਗਾ। ਗੁਰਬਾਣੀ ਦਾ ਬਚਨ ਹੈ, ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ। हे ਭਾਈ, ਉਹ ਨਾਮ ਰੂਪੀ ਹੀਰਾ, ਨਾਮ ਰੂਪੀ ਰਤਨ ਜੋ ਬਹੁਤ ਸੁੰਦਰ ਹੈ, ਉਹ ਇਸੇ ਸਰੀਰ ਵਿੱਚੋਂ ਮਿਲੇਗਾ। ਬਿਨ ਪੌੜੀ ਗੜ ਕਿਉ ਚੜਾਓ, ਗੁਰ ਹਰ ਧਿਆਨ ਨਿਹਾਲ। ਪੌੜੀ ਤੋਂ ਬਗੈਰ ਕਿਲੇ ਦੇ ਉੱਪਰ ਨਹੀਂ ਚੜਿਆ ਜਾ ਸਕਦਾ। ਤੇ ਮਹਾਰਾਜ ਕਹਿੰਦੇ ਨੇ, ਜਿਸ ਕੋਲ ਭੂਮਿਕਾ ਰੂਪੀ ਪੌੜੀ ਨਹੀਂ ਹੈ, ਉਹ ਇਸ ਕਿਲੇ ਦੇ ਉੱਪਰ ਨਹੀਂ ਚੜ ਸਕਦਾ। ਗੁਰ ਹਰ ਧਿਆਨ ਨਿਹਾਲ। ਪਰੰਤੂ ਜੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ, ਗੁਰੂ ਸਾਹਿਬ ਦੀ ਮਿਹਰਾਮਤ ਹੋ ਜਾਏ, ਤਾਂ ਉਸ ਦਸਮ ਦੁਆਰ ਰੂਪੀ ਕਿਲੇ ਦੇ ਉੱਪਰ ਚੜ ਕੇ ਪਰਮੇਸ਼ਰ ਦੇ ਦਰਸ਼ਨਾਂ ਨੂੰ ਨਿਹਾਲ ਭਾਵ ਕਰ ਲਈਦਾ ਹੈ। ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਨੇ ਦਸਮ ਦੁਆਰ ਰੂਪੀ ਕਿਲੇ ਤੇ ਚੜ ਕੇ। ਜੇਕਰ ਭੂਮਿਕਾ ਰੂਪੀ ਪੌੜੀ ਗੁਰੂ ਸਾਹਿਬ ਬਖਸ਼ਿਸ਼ ਕਰ ਦੇਣ। ਗਿਆਨ ਦੀਆਂ 7 ਭੂਮਿਕਾ ਮੰਨੀਆਂ ਜਾਂਦੀਆਂ ਨੇ ਸਾਧ ਸੰਗਤ ਜੀ। ਸਭ ਤੋਂ ਪਹਿਲੀ ਹੈ ਸੋਭ ਇੱਛਾ, ਸੋ ਵਿਚਾਰਨਾ, ਤਨੂ ਮਾਨਸਾ। ਫਿਰ ਇਸੇ ਪ੍ਰਕਾਰ ਅਸੰਸਕਤ, ਪਦਾਰਥ ਅਭਾਵਨੀ, ਤੇ ਇਸ ਤੋਂ ਇਲਾਵਾ 7ਵਾਂ ਪਤ, ਤੇ 7ਵੀਂ ਹੈ ਤੁਰਿਆ ਅਵਸਥਾ। ਇਹ 7 ਭੂਮਿਕਾ ਗਿਆਨ ਦੀਆਂ ਮੰਨੀਆਂ ਜਾਂਦੀਆਂ ਨੇ। ਤੇ ਗੁਰੂ ਸਾਹਿਬ ਕਹਿੰਦੇ, ਜਿਸ ਕੋਲ ਇਹ ਭੂਮਿਕਾ ਰੂਪੀ ਪੌੜੀ ਨਹੀਂ ਹੈ, ਉਹ ਦਸਮ ਦੁਆਰ ਰੂਪੀ ਕਿਲੇ ਦੇ ਉੱਪਰ ਨਹੀਂ ਚੜ ਸਕਦਾ। ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਹਾ ਹਰ ਨਾਉ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਅਸਲ ਵਿੱਚ ਗੁਰੂ ਸਾਹਿਬ ਹੀ ਪੌੜੀ ਹਨ ਤੇ ਗੁਰੂ ਸਾਹਿਬ ਹੀ ਬੇੜੀ ਹਨ। ਭਾਵ ਗੁਰੂ ਸਾਹਿਬ ਕਿਰਪਾ ਕਰਕੇ ਜਿਸ ਨੂੰ ਗਿਆਨ ਦੀਆਂ ਭੂਮਿਕਾ ਬਖਸ਼ ਦੇਣ, ਉਹੀ 7 ਡੰਡਿਆਂ ਵਾਲੀ ਪੌੜੀ ਲਾ ਕੇ ਦਸਮ ਦੁਆਰ ਰੂਪੀ ਕਿਲੇ ਤੇ ਚੜ ਸਕਦਾ ਹੈ। ਤੇ ਬੇੜੀ ਗੁਰੂ, ਗੁਰੂ ਹੀ ਭਗਤੀ ਰੂਪੀ ਬੇੜੀ ਹੈ। ਗੁਰ ਤੁਲਹਾ ਹਰ ਨਾਉ, ਗੁਰੂ ਹੀ ਉਪਾਸ਼ਨਾ ਰੂਪ ਤੁਲਹੇ ਦੇ ਉੱਪਰ ਚੜਾ ਕੇ ਸਿੱਖ ਨੂੰ ਪਾਰ ਕਰ ਦਿੰਦਾ ਹੈ। ਗੁਰ ਸਰ ਸਾਗਰ ਬੋਹਿਥੋ, ਗੁਰ ਤੀਰਥ ਦਰਿਆਓ। ਸਰ ਤੋਂ ਭਾਵ ਹੈ ਮਾਨ ਸਰੋਵਰ, ਸਾਗਰ ਵੱਡਾ ਦਰਿਆ। ਗੁਰੂ ਸਾਹਿਬ ਹੀ ਦਰਿਆ ਦੀ ਨਿਆਈ ਹਨ, ਗੁਰੂ ਸਾਹਿਬ ਮਾਨ ਸਰੋਵਰ ਹਨ, ਤੇ ਸਤਿਗੁਰੂ ਮਹਾਰਾਜ ਹੀ ਸੱਚੇ ਤੀਰਥ ਹਨ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ। ਸਤਿਗੁਰ ਪਾਇਐ ਪੂਰਾ ਨਾਵਣ, ਪਸ਼ੂ ਪ੍ਰੇਤੋਂ ਦੇਵ ਕਰੇ। ਗੁਰ ਤੀਰਥ ਦਰਿਆਓ, ਇਹ ਦਰਿਆ ਲਫ਼ਜ਼ ਜੇਕਰ ਤਾਂ ਹੋਵੇ ਸੰਸਕ੍ਰਿਤ ਤੇ ਹਿੰਦੀ ਦਾ, ਇਹਦੇ ਅਰਥ ਬਣਦੇ ਨੇ ਪੱਤਣ। ਪਰ ਜੇ ਦਰਿਆ ਸ਼ਬਦ ਅਰਬੀ ਫਾਰਸੀ ਦਾ ਹੋਵੇ, ਇਹਦਾ ਅਰਥ ਹੈ ਸਮੁੰਦਰ। ਤੇ ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਸਾਹਿਬ ਹੀ ਗੁਣਾਂ ਦੇ ਸਮੁੰਦਰ ਹਨ, ਤੇ ਗੁਰੂ ਸਾਹਿਬ ਹੀ ਕਿਰਪਾ ਕਰਕੇ ਆਪਣੇ ਸਿੱਖ ਨੂੰ ਬੋਹਿਤ ਭਾਵ ਨਾਮ ਰੂਪੀ ਜਹਾਜ਼ ਤੇ ਚੜਾ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ। ਜੇ ਤਿਸ ਭਾਵੈ ਉਜਲੀ, ਸਦ ਸਰ ਨਾਵਣ ਜਾਓ। ਜੇਕਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਇਹ ਜੀਵ ਇਸਤਰੀ ਭਾ ਜਾਵੇ, ਉਹਦੇ ਦਰ ਤੇ ਪ੍ਰਵਾਨ ਹੋ ਜਾਏ, ਤਾਂ ਉਜਲੀ, ਤਾਂ ਹੀ ਇਹ ਉਜਲੀ ਭਾਵ ਨਿਰਮਲ ਹੋ ਸਕਦੀ ਹੈ। ਨਹੀਂ ਤਾਂ ਮਨ ਬਿਰਤੀਆਂ ਸਦਾ ਮਲੀਨ ਰਹਿੰਦੀਆਂ ਨੇ ਭਾਈ। ਮਨ ਵਿੱਚੋਂ ਵਿਸ਼ੇ ਵਿਕਾਰਾਂ ਦੀ ਮੈਲ ਨਹੀਂ ਮੁੱਕਦੀ। ਸਰੀਰ ਵੀ ਮੈਲਾ ਹੈ, ਮਨ ਵੀ ਮੈਲਾ ਹੈ। ਔਰ ਬਦਕਿਸਮਤੀ ਇਹ ਹੈ ਕਿ ਮੈਲ ਦਿਨ ਬ ਦਿਨ ਵੱਧਦੀ ਹੈ। ਮੈਲਾ ਖਾਏ ਫਿਰ ਮੈਲ ਵਧਾਏ। ਜਿਵੇਂ ਇੱਕ ਕੱਪੜਾ ਪਹਿਲਾਂ ਹੀ ਬਥੇਰਾ ਮੈਲਾ ਹੋਵੇ ਤੇ ਉਸ ਨੂੰ ਧੋਣ ਦੀ ਬਜਾਏ ਬੰਦਾ ਦਿਨੋਂ ਦਿਨ ਹੋਰ ਮੈਲਾ ਕਰੀ ਜਾਵੇ ਤੇ ਕੱਪੜਾ ਗਰ ਜਾਂਦਾ ਹੈ। ਇਸੇ ਤਰ੍ਹਾਂ ਇਹ ਮਨ ਜਨਮਾਂ ਜਨਮਾਂਤਰਾਂ ਦੀ ਮੈਲ ਦੇ ਨਾਲ ਪਹਿਲਾਂ ਹੀ ਬਥੇਰਾ ਮਲੀਨ ਹੋ ਚੁੱਕਾ ਹੈ, ਤੇ ਬੰਦਾ ਇਸ ਨੂੰ ਧੋਣ ਦੀ ਕੋਸ਼ਿਸ਼ ਨਹੀਂ ਕਰਦਾ, ਸਗੋਂ ਪਾਪਾਂ ਦੀ ਮੈਲ ਹੋਰ ਚੜਾ ਰਿਹਾ ਹੈ।
ਗੁਰਬਾਣੀ ਦਾ ਬਚਨ ਹੈ, ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ, ਕੇਤੇ ਗਨੋ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੂਲੀਐ। हे परमात्मा, मेरे अंदर अनेकां अवगुण ने, पर मेरी ये बहुत वड्डी घाट है कि वो अवगुण दिनों दिन वध रहे ने। नित प्रत सद भूलिए। एक तां मैं पहला ही अवगुणां नाल भरपूर हाँ, दूसरा दिनों दिन होर अवगुण वधदे जा रहे ने। जग मैला मैलो होए जाए। मैल बहुत है पर मैल होर वध भी रही है। फिर साडे मन नूं खुशी मिल सकती है जदों पिछली मैल नूं असीं धोना शुरू कर दईए, पर यह मैल धोपण दा नाम नहीं लैंदी। तो गुरु साहब इस करके कहंदे ने, जे तिस भावै उजली। जे अकाल पुरख वाहिगुरु नूं जीव इस्तरी दे चंगे गुण प्रवान हो जाण, तां ही इहदियां मन बिरतियां उजलियां भाव निर्मल हो सकदियां ने। ते सत सर नावण जाओ, सत सार भाव सच्चा सरोवर, मान सरोवर रूपी गुरु साहब, उस दे उपर नावण जाओ, इशनान करन वास्ते जाना करिए। गुरु रूपी तीर्थ ते इशनान करके मन दी मैल नूं धो लईए। क्योंकि बाणी दा वचन है कि जल मल काया मांजिए भाई, भी मैला तन होए। ज्ञान महारस नहाइए भाई, बहुड़ ना मैला होए। पानी दे नाल इस शरीर नूं मल मल के धो लवांगे, किन्ना क चिर साफ रख लवांगे, आखिरकार इस शरीर ने फिर मैला हो जाना है। पर जे ज्ञान रूपी जल दे नाल इशनान करांगे, फिर बाद विच मैल नहीं लगदी। इस करके गुरु साहब कहंदे, सत सर नावण जाओ। सच्चा सरोवर है साध संगत, सच्चा सरोवर है गुरु साहब दा उपदेश। ਉਹਦੇ ਵਿੱਚ ਇਸ਼ਨਾਨ ਕਰਕੇ ਆਪਣੀਆਂ ਮਨ ਬਿਰਤੀਆਂ ਨੂੰ ਉਜਲ ਕਰ ਲਈਏ। ਪੂਰੋ ਪੂਰੋ ਆਖੀਐ ਪੂਰਾ ਤਖਤ ਨਿਵਾਸ। हे ਭਾਈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੂਰਾ ਕਿਹਾ ਜਾਂਦਾ ਹੈ, ਕਿਉਂਕਿ ਉਹ ਸਰਬ ਗੁਣ ਸੰਪੰਨ ਹੈ, ਸਰਬ ਸ਼ਕਤੀਮਾਨ ਹੈ ਅਤੇ ਅੰਤਰਜਾਮੀ ਹੈ। ਅਨੇਕਾਂ ਗੁਣਾਂ ਦਾ ਮਾਲਕ ਹੋਣ ਕਰਕੇ ਉਸ ਨੂੰ ਪੂਰਾ ਕਿਹਾ ਜਾਂਦਾ ਹੈ। ਤੇ ਪੂਰਾ ਤਖਤ ਨਿਵਾਸ, ਜਿਸ ਸਿੰਘਾਸਣ ਦੇ ਉੱਪਰ ਉਹ ਬਿਰਾਜਮਾਨ ਹੈ, ਉਹ ਸਿੰਘਾਸਣ ਵੀ ਪੂਰਾ ਹੈ। ਭਾਵ ਉਹਦੇ ਰਾਜ ਕਾਜ ਦੇ ਵਿੱਚ ਉਸ ਵਾਹਿਗੁਰੂ ਦੇ ਵੱਡੇ ਰਾਜ ਦਰਬਾਰ ਦਾ ਭਾਈ ਕੋਈ ਅੰਤ ਪਾਰਾਵਾਰ ਨਹੀਂ। गुरु अर्जन देव जी महाराज पातशाह कहते ने, जेकर बंदा पूरा होना चाहे ते पूरे दा आराधन करके ही पूरा हो सकता है। आप भावें जिन्नी मर्जी साधना रूपी मेहनत कर लवे, साधन करन दे नाल कदे भी कोई जग्यासू पूरा नहीं हो सकिया। पूरा हुंदा है परमेश्वर नाल मिलन करके। पूरा प्रभ आराध्या पूरा जाका नाओ, नानक पूरा पाया पूरे के गुण गाओ। जदों उस पूरे दा आराधन करांगे, जदों उस वाहिगुरु दा सिमरन भजन होएगा, गुरु अर्जन देव जी महाराज कहंदे, तां ही ये अधूरा जीव पूरा हो सकेगा। पूरो पूरो आखीए, उस वाहिगुरु दे गुण पूरो पूर हन। फिर उसने धरती दे उपर जो कुछ पैदा किया है वह भी पूरो पूर है। जो किछ पाया सो एका वार। करोड़ां अरबां सालां तो उसने धरती दे विच पानी बनाया, पानी पैदा किया। उस पानी नूं अज तक सारे जीव पींदे ने, वरतदे ने, पर उहदे भंडारे मुक्के नहीं। हवा, पानी, रोशनी, अग, जो कुछ कुदरत ने दातां दित्तियां ने, वो अमुक ने, अखुट खजाना है। इस करके सच्चे पातशाह कहंदे ने कि सब किश बहुत बहुत उपाया। साह लैण वास्ते जिन्नी हवा चाहिदी है, उस तो करोड़ां गुणा वध हवा है।
ਪੀਣ ਵਾਸਤੇ ਜਿੰਨਾ ਪਾਣੀ ਬੰਦੇ ਨੂੰ ਚਾਹੀਦਾ ਹੈ ਉਹਦੇ ਤੋਂ ਕਰੋੜਾਂ ਗੁਣਾ ਵੱਧ ਪਾਣੀ ਹੈ। ਪਾਣੀ ਵੀ ਵੱਧ ਹੈ, ਹਵਾ ਵੀ ਵੱਧ ਹੈ। ਰਹਿਣ ਵਾਸਤੇ ਜਿੰਨੀ ਧਰਤੀ ਚਾਹੀਦੀ ਹੈ ਉਹਦੇ ਨਾਲੋਂ ਕਈ ਗੁਣਾ ਵੱਧ ਧਰਤੀ ਹੈ। ਕਿਉਂਕਿ ਧਰਤੀ ਦੇ ਇੱਕ ਹਿੱਸੇ ਤੇ ਹੀ ਜੀਵ ਵਾਸ ਕਰਦੇ ਨੇ, ਬਾਕੀ ਕਈ ਹਿੱਸੇ ਤਾਂ ਧਰਤੀ ਖਾਲੀ ਪਈ ਹੈ। ਸਭ ਕੁਝ ਬਹੁਤ ਤੋਂ ਬਹੁਤ ਉਪਾਇਆ। ਜੋ ਕੁਝ ਵੀ ਉਸਨੇ ਪੈਦਾ ਕੀਤਾ ਉਹ ਪੂਰੋ ਪੂਰ ਹੈ, ਵੱਧ ਤੋਂ ਵੱਧ ਹੈ। ਉਹਦੇ ਬਣਾਏ ਖਜ਼ਾਨਿਆਂ ਵਿੱਚ, ਉਹਦੀਆਂ ਦਾਤਾਂ ਵਿੱਚ ਕਦੇ ਕੋਈ ਘਾਟ ਨਹੀਂ ਆਉਂਦੀ। ਨਾਨਕ ਪੁਰ ਦਰ ਵੇ ਪਰਵਾਹ, ਤਉ ਦਰ ਊਣਾ ਨਾਹੀ ਕੋ। ਹੇ ਵਾਹਿਗੁਰੂ, ਤੇਰੇ ਦਰ ਦੇ ਖਜ਼ਾਨੇ ਇੰਨੇ ਭਰਪੂਰ ਨੇ, ਜੁਗਾਂ ਜੁਗਾਂਤਰਾਂ ਤੋਂ ਭਗਤ ਖਾਂਦੇ, ਖਰਚਦੇ, ਵਰਤਦੇ ਤੇ ਵਰਤਾਉਂਦੇ ਆਏ ਹਨ, ਪਰ ਅੱਜ ਤੱਕ ਉਹਨਾਂ ਖਜ਼ਾਨਿਆਂ ਨੇ ਮੁੱਕਣਾ ਕੀ ਸੀ, ਸਗੋਂ ਉਹ ਖਜ਼ਾਨੇ ਊਣੇ ਵੀ ਨਹੀਂ ਹੋਏ। ਪੂਰੇ ਤਖਤ ਨਿਵਾਸ, ਅਹਿਲ ਤਖਤ ਤੇ ਅਡੋਲ ਸਿੰਘਾਸਣ ਦੇ ਉੱਪਰ ਵਾਹਿਗੁਰੂ ਦਾ ਵਾਸ ਹੈ। ਪੂਰੇ ਥਾਨ ਸੁਹਾਵਣੈ, ਪੂਰੇ ਆਸ ਨਿਰਾਸ। ਫਿਰ ਉਸ ਵਾਹਿਗੁਰੂ ਦਾ ਸਾਧ ਸੰਗਤ ਰੂਪੀ ਅਸਥਾਨ ਬੜਾ ਸੁਹਾਵਣਾ ਹੈ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀਰ ਭਾਣ, ਕਿਰਨ ਠਰੂਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਲੱਖਾਂ ਸੂਰਜ ਤੇ ਲੱਖਾਂ ਚੰਦਰਮਾ, ਉਹਨਾਂ ਸਾਰਿਆਂ ਦੀ ਰੌਸ਼ਨੀ ਜੇਕਰ ਮਿਲਾ ਲਈਏ ਤੇ ਉਸ ਰੌਸ਼ਨੀ ਨੂੰ ਸੰਗਤ ਦੇ ਅਸਥਾਨ ਤੇ ਲਿਆਂਦਾ ਜਾਵੇ, ਸੰਗਤ ਦੇ ਅਸਥਾਨ ਤੇ ਸਾਧ ਸੰਗਤ ਵਿੱਚ ਜਿਹੜਾ ਰੱਬ ਦਾ ਨੂਰ ਜਗਮਗਾ ਰਿਹਾ ਹੈ, ਉਹਦੇ ਸਾਹਮਣੇ ਲੱਖਾਂ ਸੂਰਜ ਤੇ ਲੱਖਾਂ ਚੰਦਰਮਾ ਦੀ ਰੌਸ਼ਨੀ ਫਿੱਕੀ ਪੈ ਜਾਵੇਗੀ। ਲੱਖ ਲੱਖ ਸਸੀਰ ਭਾਨ, ਕਿਰਨ ਠਰੂਰ ਹੈ। ਤਾਂ ਕਰਕੇ ਭਾਈ ਪੂਰੇ ਥਾਨ ਸੁਹਾਵਣੇ। ਵਾਹਿਗੁਰੂ ਦਾ ਇਹ ਅਸਥਾਨ, ਸਾਧ ਸੰਗਤ ਰੂਪੀ ਅਸਥਾਨ ਬੜਾ ਸੁਹਾਵਣਾ ਹੈ, ਸੋਭਨੀਕ ਹੈ ਤੇ ਪੂਰੇ ਆਸ ਨਿਰਾਸ, ਨਿਰਾਸਿਆਂ ਦੀ ਆਸ ਪੂਰੀ ਕਰਨ ਵਾਲਾ ਹੈ। ਜਿਹੜੇ ਚਾਰ ਚੁਫੇਰਿਓਂ ਬੜੇ ਦੁਖੀ ਪਰੇਸ਼ਾਨ ਹੋ ਕੇ ਤੇ ਬੜੇ ਨਿਰਾਸ਼ ਹੋ ਜਾਂਦੇ ਨੇ, ਸਾਧ ਸੰਗਤ ਵਿੱਚ ਆ ਕੇ ਉਹਨਾਂ ਨਿਰਾਸਿਆਂ ਦੀ ਆਸ ਵੀ ਪੂਰੀ ਹੋ ਜਾਂਦੀ ਹੈ। ਜਿਨ੍ਹਾਂ ਨੂੰ ਕਿਤੇ ਕੋਈ ਢੋਈ ਨਹੀਂ ਮਿਲਦੀ, ਸੰਗਤ ਵਿੱਚ ਆ ਕੇ ਉਹਨਾਂ ਨੂੰ ਵੀ ਆਸਰਾ ਪ੍ਰਾਪਤ ਹੋ ਜਾਂਦਾ ਹੈ। ਐਸੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਨਾਨਕ ਪੂਰਾ ਜੇ ਮਿਲੈ, ਕਿਉ ਘਾਟੈ ਗੁਣਤਾਸ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਪਵਿੱਤਰ ਸ਼ਬਦ ਦੀ ਸਮਾਪਤੀ ਕਰਦੇ ਹੋਏ ਬਖਸ਼ਿਸ਼ ਕਰਦੇ ਹਨ ਕਿ ਜੇਕਰ ਉਹ ਪੂਰਾ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਪ੍ਰਾਪਤ ਹੋ ਜਾਵੇ, ਜੀਵ ਇਸਤਰੀ ਨੂੰ ਮਿਲ ਪਵੇ, ਜਦੋਂ ਇਹਦੇ ਸਾਧਨਾ ਉੱਪਰ ਧਰਮ ਕਰਮ ਅਤੇ ਭਗਤੀ, ਵੈਰਾਗ, ਉਪਾਸ਼ਨਾ, ਸਿਦਕ ਦੇ ਉੱਪਰ ਪ੍ਰਸੰਨ ਹੋ ਜਾਏ, ਉਦੋਂ ਉਹ ਮਿਲਦਾ ਹੈ। ਤੇ ਜਿਸ ਨੂੰ ਮਿਲ ਪਵੇ ਫਿਰ ਕਿਉਂ ਘਾਟੈ ਗੁਣਤਾਸ। ਉਸ ਜੀਵ ਇਸਤਰੀ ਦੇ ਵਿੱਚ ਗੁਣਾਂ ਦਾ ਕਿਉਂ ਘਾਟਾ ਆਵੇਗਾ। ਭਾਵ ਕਿਸੇ ਵੀ ਪ੍ਰਕਾਰ ਦੀ ਘਾਟ ਨਹੀਂ ਰਹੇਗੀ। ਰਿੱਧੀਆਂ, ਸਿੱਧੀਆਂ, ਨਿੱਧੀਆਂ ਸਭ ਕੁਝ ਗੁਰੂ ਸਾਹਿਬ ਉਸ ਨੂੰ ਬਖਸ਼ ਦਿੰਦੇ ਨੇ। ਗੁਰਬਾਣੀ ਦਾ ਬਚਨ ਹੈ, ਨਵ ਨਿੱਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ। ਵਾਹਿਗੁਰੂ ਨੂੰ ਹਿਰਦੇ ਵਿੱਚ ਵਸਾਉਣ ਵਾਲੇ ਜੀਵ ਦੇ 9 ਨਿੱਧੀਆਂ 18 ਸਿੱਧੀਆਂ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ। ਉਹ ਅੰਗੀਕਾਰ ਨਹੀਂ ਕਰਦੇ ਤੇ ਸਿੱਧੀਆਂ ਰਿੱਧੀਆਂ ਬੇਨਤੀ ਕਰਦੀਆਂ ਨੇ, ਕਿਰਪਾ ਕਰੋ ਸਾਨੂੰ ਅੰਗੀਕਾਰ ਕਰਕੇ ਸਫਲ ਬਣਾ ਦਿਓ, ਤੁਹਾਡੀ ਸੰਗਤ ਕਰਕੇ ਸਾਡਾ ਵੀ ਭਲਾ ਹੋ ਜਾਏਗਾ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਾਇਆ ਨੂੰ 12 ਕੋ ਆਪਣੇ ਤੋਂ ਦੂਰ ਰੱਖਿਆ, ਗੁਰੂ ਰਾਮਦਾਸ ਪਾਤਸ਼ਾਹ ਨੇ ਅੰਗੀਕਾਰ ਕੀਤਾ, ਕਿਉਂਕਿ ਬੜੇ ਗੱਡੇ ਭਰੇ ਮਾਇਆ ਦੇ ਰਸਦਾਂ ਦੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੀ ਦਰ ਤੇ ਖੜੇ ਰਹਿੰਦੇ ਸੀ। ਗੁਰੂ ਰਾਮਦਾਸ ਮਹਾਰਾਜ ਨੇ ਅੰਗੀ ਕਰਕੇ ਸਫਲ ਬਣਾ ਦਿੱਤਾ, ਕਿਉਂਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਣੀ ਲਾਗੇ ਤਾਂ ਮਹਿਲ ਪਾਵੇ।
ਮਾਇਆ ਪਰਮਾਤਮਾ ਦੇ ਪਿਆਰਿਆਂ ਦੀ ਸੇਵਕ ਹੈ ਤੇ ਉਹ ਚਾਹੁੰਦੀ ਹੈ ਕਿ ਮੈਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਬ ਦੇ ਪਿਆਰੇ ਸਫਲ ਬਣਾ ਦੇਣ। ਕਿਉਂ ਘਾਟੈ ਗੁਣਤਾਸ। ਜਿਸ ਦੇ ਉੱਪਰ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਉਹ ਗੁਣਤਾਸ ਭਾਵ ਗੁਣਾਂ ਦਾ ਪਾਤਰ ਬਣ ਜਾਂਦਾ ਹੈ। ਫਿਰ ਗੁਣਾਂ ਦਾ ਅਧਿਕਾਰੀ ਬਣ ਕੇ ਹਰ ਥਾਂ ਤੋਂ ਗੁਣ ਗ੍ਰਹਿਣ ਕਰਦਾ ਹੈ, ਹਰ ਵਿਅਕਤੀ ਵਿੱਚੋਂ ਗੁਣ ਵੇਖਦਾ ਹੈ। ਈਵਨ ਕਿ ਉਹ ਕੁਦਰਤ ਦੇ ਵਿੱਚੋਂ, ਜੀਵ ਜੰਤੂਆਂ ਚੋਂ, ਪਸ਼ੂ ਪੰਛੀਆਂ ਦੇ ਵਿੱਚੋਂ ਗੁਣ ਹੀ ਧਾਰਨ ਕਰਦਾ ਹੈ ਜਿਹੜਾ ਗੁਣਾਂ ਦਾ ਅਧਿਕਾਰੀ ਬਣ ਜਾਵੇ। ਤੇ ਮਹਾਰਾਜ ਕਹਿੰਦੇ ਇਹ ਬਖਸ਼ਿਸ਼ ਉਸੇ ਤੇ ਹੁੰਦੀ ਹੈ ਨਾਨਕ ਪੂਰਾ ਜੇ ਮਿਲੇ। ਜੇ ਪੂਰਾ ਵਾਹਿਗੁਰੂ ਭਾਵ ਅਕਾਲ ਪੁਰਖ ਪਰਮੇਸ਼ਰ ਜੀਵ ਇਸਤਰੀ ਨੂੰ ਮਿਲ ਪਵੇ, ਉਸੇ ਤੇ ਇਹ ਮਹਾਨ ਬਖਸ਼ਿਸ਼ਾਂ ਹੁੰਦੀਆਂ ਨੇ ਜਿਨ੍ਹਾਂ ਨੇ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਪ੍ਰਭੂ ਪਤੀ ਨੂੰ ਪ੍ਰਸੰਨ ਕੀਤਾ ਹੈ। ਲੋਕ ਪਰਲੋਕ ਦੇ ਵਿੱਚ ਉਹਨਾਂ ਦਾ ਜੀਵਨ ਸੁਖਾਲਾ ਬਣ ਜਾਂਦਾ ਹੈ। ਇੱਥੇ ਘਰ ਘਰ ਜਾਪਦੇ ਆਗੇ ਜੁਗ ਜੁਗ ਪ੍ਰਗਟ ਹੋਏ। ਸਤਿਗੁਰੂ ਮਹਾਰਾਜ ਜੀ ਨੇ ਇਥੋਂ ਤੱਕ ਪਾਵਨ ਬਾਣੀ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਕਿਰਪਾ ਕਰਨ, ਗੁਰਬਾਣੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਦੀ ਦਾਤ ਪ੍ਰਾਪਤ ਹੋ ਜਾਏ। ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਰਬੱਤ ਸੰਗਤ ਅਤੇ ਸਤਿਗੁਰੂ ਜੀ ਦਾ ਧੰਨਵਾਦ ਹੈ। ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਪੂਰੈ ਥਾਨ ਸੁਹਾਵਣੈ, ਪੂਰੈ ਆਸ ਨਿਰਾਸ। ਨਾਨਕ ਪੂਰਾ ਜੇ ਮਿਲੈ, ਕਿਉ ਘਾਟੈ ਗੁਣਤਾਸ। ਵਾਹਿਗੁਰੂ ਜੀ ਕਾ ਖਾਲਸਾ।